लंबी हो गई आ। चलो कोई गल नहीं, जिहदे राजा बनना उन्हें सौनी लैनी आ। इस करके कहने वाला कह सकदा कि अपने आप नूं राजा कहंदा। बिल्कुल मैं राजा अपने आप नूं मैं कह रहा, क्योंकि मैं खुश हाँ। तो मैं चाहुंदा कि जिहड़े मेरे नाल भैन भाई जुड़े आ वो भी खुश रहन, वो भी राजे बन। पर हिंदुस्तान की आपां गल करनी अज। हिंदुस्तान दे विच काहतों तुसीं सोचदे हो कि सानूं तरक्की नहीं है, क्योंकि आपां ज़्यादातर यही सुणदे कनेडा दे विच ਜਿਹੜੇ ਜਾਂਦੇ ਆ जल्दी घर घुर ਲੈ ਲੈਂਦੇ ਆ, अपना ਗੱਡੀਆਂ गुड्डियां ਲੈ ਲੈਂਦੇ ਆ। देखो ਇੱਥੇ ਉਹ ਜਿਹੜੇ ਗਰੀਬ ਝੁੱਗੀਆਂ ਵਾਲੇ ਰਹਿੰਦੇ ਆ, ਜਿਹੜੇ ਛੋਟੇ ਘਰਾਂ 'ਚ ਰਹਿੰਦੇ ਆ, ਇੱਕ ਕਮਰੇ ਦੇ ਘਰ ਆ ਜਿਨ੍ਹਾਂ ਦੇ ਕੋਲੇ ਸ਼ਡਿਊਲ ਕਾਸਟ ਜਿਹਨੂੰ ਆਪਾਂ ਕਹਿ ਦਿੰਦੇ ਆ, ਹੈ ਨਾ, ਉਹਨਾਂ ਨੂੰ ਵੀ ਦੇ ਕੇ ਆਇਓ ਤਾਂ ਕਿ ਉਹਨਾਂ ਦੇ ਘਰੇ ਵੀ ਸਵਾਦ ਜਾਵੇ ਤੁਹਾਡਾ। ਇਹ ਲੋਕਾਂ ਦੀਆਂ ਦੁਆਵਾਂ ਹੁੰਦੀਆਂ, ਪਿਆਰ ਹੁੰਦਾ। ਇਹ ਗਰੀਬ ਬੰਦਾ ਜਿਹੜਾ ਹੁੰਦਾ ਇਹ ਸਾਥ ਵੱਧ ਦਿੰਦਾ ਸ਼ਾਹੂਕਾਰ ਨਾਲੋਂ। ਇਹ ਇੱਕ ਸਬਕਾ ਜ਼ਿੰਦਗੀ ਦਾ। ਆਈ ਐਮ ਪੋਸੀਬਲ, ਇਹ ਅੱਜ ਦਾ ਥੀਮ ਆਪਣਾ। ਸਤਿ ਸ਼੍ਰੀ ਅਕਾਲ ਜੀ ਸਭ ਨੂੰ, ਬਹੁਤ ਬਹੁਤ ਪਿਆਰ। ਮੈਂ ਆਇਆ ਹੋਇਆ ਥੋੜ੍ਹਾ ਜਿਹਾ ਗਾਰਡਨ ਦੇ ਵਿੱਚ, ਅਤੇ ਉਹ ਮੁੰਡੇ ਪਿੱਛੇ ਕ੍ਰਿਕਟ ਖੇਡ ਰਹੇ ਆ। ਸੋਚ ਰਿਹਾ ਤੁਹਾਨੂੰ ਦਿਖਾ ਦਿਆਂ, ਜੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਈ ਤਾਂ ਜ਼ਰੂਰ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਮੈਂ ਦਿਖਾ ਦਿਆਂ ਕਿ ਕਿੱਦਾਂ ਹੈਗਾ ਇੱਥੇ ਦਾ ਕ੍ਰਿਕਟ ਸਟੇਡੀਅਮ ਐਂਡ ਕਿਵੇਂ ਖੇਡਦੇ ਆ। ਮੈਨੂੰ ਲੱਗਦਾ ਬ੍ਰੇਕ ਹੋ ਗਈ ਉਹਨਾਂ ਦੀ, ਥੱਕ ਗਏ ਆ। ਉਹ ਸਤਿ ਸ਼੍ਰੀ ਅਕਾਲ ਜੀ। ਅਤੇ ਇਹ ਹੈਗੇ ਆਪਣੇ ਭਾਈ ਸਾਹਿਬ। ਬਹੁਤ ਵਧੀਆ ਜੀ, ਬਹੁਤ ਵਧੀਆ। ਹਾਂਜੀ ਹਾਂਜੀ ਕਾਇਮ ਆ। ਮੁੰਡੇ ਮੈਨੂੰ ਲੱਗਦਾ ਹੰਭ ਗਏ, ਮੁੰਡੇ ਚਲੇ ਗਏ ਆ। ਸੋਚਿਆ ਤੁਹਾਨੂੰ ਦਿਖਾ ਦਿਆਂ, ਪਹਿਲਾਂ ਆਇਆ ਸੀਗਾ ਦੇਖਿਆ ਉਹਨੂੰ, ਪਰ ਮਿਸ ਕਰ ਗਏ ਚਾਂਸ। ਚਲੋ ਚੱਲਦੇ ਰਹਿੰਦੇ, ਦੁਨੀਆ ਇਹ ਜ਼ਿੰਦਗੀ ਆ। ਟਾਈਮ ਬੜਾ ਜ਼ਰੂਰੀ ਆ। ਕਹਿਣ ਦਾ ਮਤਲਬ ਜਿਹੜਾ ਹੈਗਾ, ਮੈਂ ਤਾਂ ਇਹ ਗੱਲ ਤੁਹਾਨੂੰ ਦੱਸੀ ਆ ਕਿ ਟਾਈਮ ਬਹੁਤ ਇੰਪੋਰਟੈਂਟ ਆ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ। ਅੱਜ ਬਹੁਤ ਭਰਾਵਾਂ ਦੇ ਨਾਲ ਗੱਲਾਂ ਹੋਈਆਂ, ਬਹੁਤ ਲੋਕਾਂ ਨੇ ਫ਼ੋਨ ਆਏ ਮੈਨੂੰ, ਅਕਸਰ ਆਉਂਦੇ ਰਹਿੰਦੇ ਆ, ਪਰ ਅੱਜ ਕੁਛ ਜ਼ਿਆਦਾ ਹੀ ਸੀਗਾ। ਜਿਨ੍ਹਾਂ ਨੇ ਵੀਡੀਓ ਦੇਖੀਆਂ ਮੇਰੇ ਰੀਸੈਂਟ, ਉਹਨਾਂ ਨੇ ਜਾਣਕਾਰੀ ਮੰਗੀ ਉਸ ਰਿਲੇਟਡ। ਕਈ ਕੇਸ ਇਹੋ ਜਿਹੇ ਸੀਗੇ ਵਿੱਚ ਜਿਨ੍ਹਾਂ ਦੇ ਕੋਲੇ ਪੋਸੀਬਿਲਿਟੀ ਨਹੀਂ ਹੈਗੀ ਅੱਜ ਦੀ ਡੇਟ ਦੇ ਵਿੱਚ। ਖ਼ਾਸ ਤੌਰ 'ਤੇ ਮੈਂ ਤਾਂ ਗੱਲ ਕਰ ਰਿਹਾ, ਪਰ ਕੁਛ ਵੀ ਇੰਪੋਸੀਬਲ ਨਹੀਂ ਹੁੰਦਾ। ਇਹ ਖਿਆਲ ਰੱਖਣਾ ਤੁਸੀਂ। ਮੇਰਾ ਜ਼ਿੰਦਗੀ ਦਾ ਤਜਰਬਾ ਜਿਹੜਾ ਕਹਿੰਦਾ ਕੋਈ ਚੀਜ਼ ਇੰਪੋਸੀਬਲ ਨਹੀਂ ਹੈ। ਜਿਵੇਂ ਉਹ ਅੰਗਰੇਜ਼ੀ ਦੀ ਫਿਲੋਸਫੀ ਹੁੰਦੀ ਆ, ਆਪਾਂ ਕਹਿੰਦੇ ਹੁੰਦੇ ਆ, ਜਦੋਂ ਸਪੈਲਿੰਗ ਆਪਾਂ ਨੂੰ ਐਪਰੀਸ਼ੀਏਟ ਕਰਨ ਵਾਸਤੇ ਜਿਹੜੇ ਲੋਕ ਹੈਗੇ ਆ, ਹੱਲਾਸ਼ੇਰੀ ਦੇਣ ਵਾਸਤੇ ਜਦੋਂ ਕਹਿੰਦੇ ਆ, ਉਹ ਜਦੋਂ ਉਹਨੂੰ ਤੋੜਦੇ ਆ ਇੰਪੋਸੀਬਲ ਨੂੰ, ਆਈ ਐਮ ਪੋਸੀਬਲ ਨਾ, ਅਤੇ ਆਈ ਐਮ ਪੋਸੀਬਲ ਇਹ ਅੱਜ ਦਾ ਥੀਮ ਆਪਣਾ। ਮੈਂ ਤਾਂ ਇਹ ਗੱਲ ਕਰ ਰਿਹਾ ਕਿ ਜਿੰਨੀ ਵੀ ਗੱਲਬਾਤ ਅੱਜ ਮੇਰੀ ਹੋਈ ਆ ਸਾਰੀ ਲੋਕਾਂ ਦੇ ਨਾਲ, ਉਹਦੇ ਵਿੱਚ ਕਈ ਗੱਲਾਂ ਇਹੋ ਜਿਹੀਆਂ ਹੋਈਆਂ ਕਿ ਜਿਹਦੇ ਨਾਲ ਮੈਨੂੰ ਲੱਗਿਆ ਕਿ ਨਹੀਂ, ਇਹ ਗੱਲ ਕਰਨੀ ਜ਼ਰੂਰੀ ਆ। ਕਿਉਂਕਿ ਆਪਣੇ ਜਿਹੜੇ ਲੋਕ ਆ ਉਹ ਸੋਚਦੇ ਆ ਕਿ ਹਿੰਦੁਸਤਾਨ ਦੇ ਵਿੱਚ ਕੁਛ ਨਹੀਂ ਹੈਗਾ। ਦੇਖੋ ਮੈਂ ਸਿੱਧੀ ਤੁਹਾਨੂੰ ਗੱਲ ਦੱਸ ਦਿੰਦਾ, ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਚਲੇ ਜਾਓ, ਰਹਿਣਾ ਤੁਸੀਂ ਉਹੀ ਹੋ ਜੋ ਤੁਹਾਡੇ ਅੰਦਰ ਆ। ਹਾਂ, ਇਹਨਾਂ ਮੁਲਕਾਂ ਦੇ ਵਿੱਚ ਇੰਨਾ ਕੁ ਹੈਗਾ ਕਿ ਸਹੂਲਤਾਂ ਤੁਹਾਨੂੰ ਸਹੂਲਤ ਹੈਗੀ ਹੈ ਇਹ ਕਿ ਤੁਸੀਂ ਪੌੜੀ ਜਿਹੜੀ ਹੈਗੀ ਹੈ ਜਲਦੀ ਚੜ੍ਹ ਜਾਂਦੇ ਹੋ। ਪੌੜੀ ਇੱਥੇ ਕਿਵੇਂ ਚੜ੍ਹਦੇ ਆ ਲੋਕ, ਇਹ ਵੀ ਸਮਝ ਲਓ ਤੁਸੀਂ ਗੱਲ। ਮੀਆਂ ਬੀਬੀ ਕੋਈ ਆ ਗਏ ਇੱਥੇ, ਜਾਂ ਇਕੱਲਾ ਮੁੰਡਾ ਆ ਗਿਆ, ਸਾਲ 2 ਸਾਲ ਕੰਮ ਕਰਦਾ, ਉਹ 4 ਪੈਸੇ ਇਕੱਠੇ ਕਰਦਾ, ਡਾਊਨ ਪੇਮੈਂਟ ਜਿਹੜੀ ਹੁੰਦੀ ਹੈ। ਕਿਉਂਕਿ ਆਪਾਂ ਜ਼ਿਆਦਾਤਰ ਇਹੀ ਸੁਣਦੇ ਕਨੇਡਾ ਦੇ ਵਿੱਚ ਜਿਹੜੇ ਜਾਂਦੇ ਆ ਜਲਦੀ ਘਰ ਘੁਰ ਲੈ ਲੈਂਦੇ ਆ, ਆਪਣਾ ਗੱਡੀਆਂ ਗੁੱਡੀਆਂ ਲੈ ਲੈਂਦੇ ਆ। ਦੇਖੋ ਇੱਥੇ ਗੌਰਮੈਂਟ ਜਿਹੜੀ ਹੈਗੀ ਆ ਬਹੁਤ ਸਿਆਣੀ ਆ, ਉਹਨੂੰ ਪਤਾ ਲੋਕਾਂ ਨੂੰ ਫੈਸਿਲਿਟੀ ਇਹ ਦਿਆਂਗੇ ਤਾਂ ਲੋਕ ਕੰਮ ਵੀ ਕਰਨਗੇ ਵੱਧ, ਅਤੇ ਨਾਲੇ ਗੌਰਮੈਂਟ ਨੂੰ ਉਹਦੇ ਨਾਲ ਫਾਇਦਾ ਹੁੰਦਾ। ਹੁਣ ਇਹ ਲੋਨ ਦਿੰਦੇ ਆ ਇੱਥੇ, ਰੱਜ ਕੇ ਲੋਨ ਦਿੰਦੇ ਆ ਤੁਹਾਨੂੰ। ਜਿੱਦਾਂ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ, ਇਹਨਾਂ ਨੇ ਤੁਹਾਨੂੰ ਕਰੋੜਪਤੀ ਕਰ ਦੇਣਾ, ਕਿਸ਼ਤਾਂ ਦੇ ਵਿੱਚ ਪੈਸੇ ਲੈਣੇ ਆ। ਇਹ ਸਹੂਲਤ ਸਭ ਤੋਂ ਵੱਡੀ ਹੈ ਜਿਹੜੀ ਇੱਥੇ ਮੈਂ ਦੇਖਦਾ, ਪਰ ਉਹਦੇ ਵਿੱਚ ਖਾਮੀਆਂ ਵੀ ਆ ਅਤੇ ਚੰਗੀ ਵੀ ਗੱਲ ਆ, ਦੋਨੇ ਗੱਲਾਂ ਨੇ। ਖਾਮੀ ਇਹ ਆ ਕਿ ਹੁਣ ਮੰਨ ਲਓ ਲੱਖ ਰੁਪਏ ਦਾ ਘਰ ਆ ਐਕਚੁਅਲ ਦੇ ਵਿੱਚ,
ਤੁਸੀਂ ਕਰਜ਼ਾ ਲੈਂਦੇ ਹੋ ਤਾਂ ਤੁਹਾਨੂੰ ਉਹ 2-2.5 ਲੱਖ ਦਾ ਪੈਂਦਾ। ਕਿਸ਼ਤਾਂ ਦੇ ਵਿੱਚ ਲਾਉਣਾ ਤੁਸੀਂ ਪੈਸਾ, ਨੋ ਡਾਊਟ। ਉਹਦੇ ਵਿੱਚ ਫਾਇਦਾ ਇਹ ਆ ਕਿ ਕਿਰਾਏਦਾਰ ਰੱਖ ਲੈਂਦੇ ਆ ਲੋਕ, ਚਲੋ ਇੰਨਾ ਬੋਝ ਆਪਦੇ 'ਤੇ ਨਹੀਂ ਆਉਂਦਾ, ਪਰ ਹਾਂ ਇੱਕ ਆਪਦਾ ਜਿਹੜਾ ਖਰਚਾ ਉਹ ਬਚ ਜਾਂਦਾ। ਕਿਰਾਏ 'ਤੇ ਜਿਹੜਾ ਕਿਰਾਇਆ ਆਉਂਦਾ ਉਹਦੇ ਨਾਲ ਕਿਸ਼ਤ ਕੁਸ਼ਤ ਦੇ ਵਿੱਚ ਸਹੂਲਤ ਹੋ ਜਾਂਦੀ ਆ। ਸੋ ਇਸ ਤਰ੍ਹਾਂ ਜ਼ਿੰਦਗੀ ਇੱਕ ਤਰੀਕੇ ਨਾਲ ਇਹਨਾਂ ਨੇ ਬਣਾਇਆ ਹੋਇਆ ਇੱਥੇ ਪ੍ਰੋਗਰਾਮ, ਅਤੇ ਉਹਦੇ ਵਿੱਚ ਲੋਕ ਜਾਂਦੇ ਆ ਅਤੇ ਸੈਟਲਮੈਂਟ ਹੋ ਜਾਂਦੀ ਹੈ ਜਲਦੀ, ਹੈ ਨਾ। ਪਰ ਹਿੰਦੁਸਤਾਨ ਦੀ ਆਪਾਂ ਗੱਲ ਕਰਨੀ ਹੈ ਅੱਜ। ਹਿੰਦੁਸਤਾਨ ਦੇ ਵਿੱਚ ਕਾਹਤੋਂ ਤੁਸੀਂ ਸੋਚਦੇ ਹੋ ਕਿ ਸਾਨੂੰ ਤਰੱਕੀ ਨਹੀਂ ਹੈ। ਮੈਂ ਅੱਜ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਹੈ। ਮੈਂ ਅੱਜ ਕਈਆਂ ਨੂੰ ਦਿੱਤੀ ਐਗਜ਼ਾਮਪਲ ਇਹ, ਕਿ ਇੱਕ ਜਿਹੜਾ ਘੜੀ ਸਾਬਣ ਦੀ ਐਡ ਤੁਸੀਂ ਦੇਖਦੇ ਹੋ ਨਾ, ਘੜੀ ਸਾਬਣ, ਇਹਦਾ ਜਿਹੜਾ ਮਾਲਕ ਆ, ਇਹ ਸਾਡੇ ਘਰੇ ਕਾਨਪੁਰ ਅਸੀਂ ਰਹਿੰਦੇ ਹੁੰਦੇ ਸੀ ਉਦੋਂ, ਉਸ ਟਾਈਮ 'ਤੇ ਥੋੜ੍ਹਾ ਟਾਈਮ ਬਾਅਦ ਅਸੀਂ ਕਾਨਪੁਰ ਰਹੇ ਹਾਂ, ਜਦੋਂ ਆਪਣੇ ਹਾਲਾਤ ਖ਼ਰਾਬ ਸੀਗੇ ਪੰਜਾਬ ਦੇ, ਅਸੀਂ ਮੂਵ ਹੋਏ ਸੀਗੇ ਉਦੋਂ ਉੱਥੇ। ਉਹ ਘੜੀ ਸਾਬਣ ਦਾ ਜਿਹੜਾ ਮਾਲਕ ਆ, ਉਹ ਸਾਡੇ ਘਰੇ ਆ ਕੇ ਸਾਬਣ ਦੀ ਪੇਟੀ ਦੇ ਕੇ ਜਾਂਦਾ ਹੁੰਦਾ ਸੀਗਾ। ਪਹਿਲਾਂ ਉਹ ਆਇਆ, ਉਹਨੇ ਕੀ ਕੰਮ ਕੀਤਾ, ਉਹਨੇ ਕੰਮ ਇਹ ਕੀਤਾ ਕਿ ਇੱਕ ਪੇਟੀ ਸਾਡੇ ਘਰੇ ਜ਼ਬਰਦਸਤੀ ਰੱਖ ਗਿਆ। ਪੈਸਾ ਕੋਈ ਨਹੀਂ ਦਿੱਤਾ ਉਹਨੇ ਕਿਹਾ ਜੀ ਵਰਤ ਲਿਓ, ਨਹੀਂ ਚੰਗਾ ਲੱਗਿਆ ਤਾਂ ਮੈਨੂੰ ਪੈਸੇ ਨਾ ਦਿਓ, ਹੈ ਨਾ। ਮੈਂ ਆਊਂਗਾ ਮਹੀਨੇ ਬਾਅਦ ਤੁਹਾਡੇ ਕੋਲ, ਅਤੇ ਫਿਰ ਮੈਨੂੰ ਤੁਸੀਂ ਦੱਸਿਓ ਕੀ ਰਿਜ਼ਲਟ ਆ। ਕੁਆਲਿਟੀ ਉਹਨੇ ਵਧੀਆ ਰੱਖੀ ਸ਼ੁਰੂ ਤੋਂ ਹੀ, ਝੱਗ ਝੁੱਗ ਵਧੀਆ ਬਣਦੀ ਆ, ਮਹਿਕ ਵਧੀਆ ਸੀਗੀ ਸਾਬਣ ਦੇ ਵਿੱਚ, ਜੋ ਵੀ ਉਹਨਾਂ ਦਾ ਸੀਗਾ ਉਹ ਸਾਰਾ ਕੁਛ ਵਧੀਆ ਸੀਗਾ, ਹੈ ਨਾ। ਉਹਦੇ ਕਰਕੇ ਉਹ ਬੰਦਾ ਜਿਹੜਾ ਹੈਗਾ ਅੱਜ ਦੇਖ ਲਓ ਕਿਹੜੇ ਮੁਕਾਮ 'ਤੇ ਆ। ਪਰ ਉਹਨੇ ਸ਼ੁਰੂਆਤ ਕਿੱਥੋਂ ਕੀਤੀ, ਉਹਦਾ ਮੈਂ ਵਿਟਨੈਸ ਹਾਂ ਕਿ ਉਹ ਬੰਦੇ ਨੇ ਜਿਹੜੀ ਸ਼ੁਰੂਆਤ ਕੀਤੀ ਆਪਣੀ, ਉਹ ਕੀਤੀ ਡੋਰ ਟੂ ਡੋਰ ਤੋਂ। ਅੱਜ ਕਈ ਬੰਦਿਆਂ ਨਾਲ ਗੱਲ ਹੋਈ ਜਿਨ੍ਹਾਂ ਦੀ ਉਮਰ ਵੀ ਵੱਧ ਗਈ ਆ, ਵੱਡੀ ਹੋ ਗਈ ਆ ਫਿਜ਼ੀਕਲੀ। ਮੈਨੂੰ ਪਤਾ ਇੱਥੇ ਬੜਾ ਹਾਰਡ ਕੰਮ ਆ, ਹੈ ਨਾ। ਇੱਥੇ ਬੈਠਣ ਨਹੀਂ ਦਿੰਦੇ ਅਗਲੇ। ਆਪਣਾ ਭਾਈਚਾਰਾ ਜਿਹੜਾ ਹੈਗਾ ਫਿਰ ਉਹ ਕਰਦਾ ਵਾ ਥੋੜ੍ਹਾ ਬਹੁਤ, ਪਰ ਫਿਰ ਵੀ ਇੰਨਾ ਨਹੀਂ ਕਰ ਹੁੰਦਾ, ਕਿਉਂਕਿ ਕੰਮ ਵੀ ਅਗਲੇ ਨੇ ਪ੍ਰੋਪਰ ਟਾਈਮ ਸਿਰ ਨਿਬੇੜਨੇ ਹੁੰਦੇ ਆ। ਹਾਰਡ ਕੰਮ ਹੁੰਦੇ ਆ, ਲੇਬਰ ਵਾਲੇ ਕੰਮ ਹੋ ਗਏ, ਜਿੱਦਾਂ ਦੇ ਵੀ ਆ, ਹੈ ਨਾ। ਤੁਹਾਨੂੰ ਪਤਾ ਕਿ ਘੱਟ ਪੜ੍ਹੇ ਲਿਖੇ ਆ ਬੰਦੇ ਜਿਹੜੇ, ਉਹਨਾਂ ਖਾਤਰ ਫਿਰ ਇਹੋ ਜਿਹੇ ਕੰਮ ਹੀ ਹੁੰਦੇ ਆ। ਤੁਸੀਂ ਬਹੁਤ ਕੁਛ ਕਰ ਸਕਦੇ ਹੋ ਇਹਦੇ ਵਿੱਚ, ਨੋ ਡਾਊਟ। ਪਰ ਸਭ ਤੋਂ ਪਹਿਲਾਂ ਜਿਹੜਾ ਹੈਗਾ ਕਿ ਆਪਣੇ ਮਨ ਨੂੰ ਸਮਝਾਉਣਾ ਤੁਸੀਂ ਕਿ ਅਸੀਂ ਕਾਮਯਾਬ ਹੋਣਾ। ਇਹ ਨਹੀਂ ਸੋਚਣਾ ਕਿ ਮੇਰੇ ਨਾਲ ਕੋਈ ਹੈ ਨਹੀਂ। ਬੰਦਾ ਇਕੱਲਾ ਆਉਂਦਾ ਦੁਨੀਆ 'ਤੇ, ਇਹ ਗੱਲ ਸਮਝ ਲਓ ਤੁਸੀਂ। ਜਿੱਦਣ ਤੁਸੀਂ ਜੰਮੇ ਸੀਗੇ ਨਾ, ਉਦੋਂ ਤੁਸੀਂ ਉਹ ਦਿਨ ਨੂੰ ਯਾਦ ਕਰੋ ਕਿ ਤੁਸੀਂ ਕੀ ਲੈ ਕੇ ਆਏ ਸੀਗੇ ਨਾਲ। ਜਿੱਦਣ ਤੁਸੀਂ ਇਸ ਜਹਾਨ ਤੋਂ ਜਾਣਾ, ਉਦੋਂ ਬਾਰੇ ਸੋਚ ਲਓ ਕਿ ਤੁਸੀਂ ਕੀ ਲੈ ਕੇ ਜਾਣਾ ਨਾਲ। ਦੋ ਗੱਲਾਂ ਹੋ ਗਈਆਂ, ਇੱਕ ਜਨਮ ਦੀ, ਇੱਕ ਮਰਨ ਦੀ। ਹੁਣ ਵਿੱਚ ਵਿਚਾਲੇ ਇਹ ਉਲਝਾਵ ਆ ਜ਼ਿੰਦਗੀ ਦਾ, ਇਹਨੂੰ ਆਪਾਂ ਜਿਹੜੇ ਮਰਜ਼ੀ ਤਰੀਕੇ ਨਾਲ ਡੀਲ ਕਰੀਏ ਆਪਣੇ ਉੱਤੇ ਡਿਪੈਂਡ ਕਰਦਾ। ਕੁਦਰਤ ਨੇ ਆਪਾਂ ਨੂੰ ਜਿਹੜੀ ਸਮਰਥਾ ਦਿੱਤੀ ਆ, ਉਹ ਕਹਿੰਦੀ ਹੈ ਕਿ ਤੁਸੀਂ ਖੁਸ਼ ਰਹੋ। ਤੁਹਾਡੇ ਕੋਲ ਇੰਨਾ ਕੁਛ ਆ ਸਾਧਨ, ਤੁਸੀਂ ਕਦੇ ਦੁਖੀ ਨਹੀਂ ਹੋ ਸਕਦੇ। ਪਰ ਅਸੀਂ ਦੁਖੀ ਹੁੰਦੇ ਹਾਂ ਕਿਉਂ? ਅਸੀਂ ਲੋਕਾਂ ਦੇ ਪਿੱਛੇ ਲੱਗ ਜਾਂਦੇ ਹਾਂ। ਯਾਰ ਫਲਾਣੇ ਦਾ ਵਿਆਹ ਹੋਇਆ, ਐਡੇ ਪੈਲਸ 'ਚ ਹੋਇਆ, ਮੈਂ ਵੀ ਉੱਥੇ ਕਰਾਂ। ਪਹਿਲੀ ਗੱਲ ਜਿਹੜੀ ਖਰਚੇ ਜਿੱਥੋਂ ਆਪਣੇ ਸ਼ੁਰੂ ਹੁੰਦੇ ਆ ਵਿਆਹ ਤੋਂ ਨਾ, ਆਪਣੇ ਕਲਚਰ ਦੇ ਵਿੱਚ ਵੱਡੇ ਵੱਡੇ ਵਿਆਹ ਕਰਨੇ। ਉਦੋਂ ਬਾਅਦ ਕੁੜੀ ਘਰੇ ਆ ਜਾਂਦੀ ਆ, ਮੁੰਡਾ ਵਿਆਹਿਆ ਜਾਂਦਾ, ਕੁੜੀ ਮੁੰਡੇ ਰਹਿੰਦੇ ਆ ਇਕੱਠੇ, ਫਿਰ ਜਵਾਕ ਹੁੰਦੇ ਆ। ਫਿਰ ਉਹ ਕਹਿੰਦੇ ਆ ਜੀ ਹੁਣ ਜਿਹੜਾ ਸਿਸਟਮ ਆ ਮਾਡਰਨ ਸਿਸਟਮ ਆ। ਤੁਹਾਨੂੰ ਪਤਾ ਅੱਗੇ ਤਾਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਹੁੰਦੇ ਸੀਗੇ ਲੋਕ, ਸਾਡੇ ਪਿਤਾ ਜੀ ਹੁਣੇ ਤਾਂ ਸਰਕਾਰੀ 'ਚ ਹੀ ਪੜ੍ਹੇ ਆ, ਬਹੁਤਿਆਂ ਦੇ ਤੁਹਾਡੇ ਵੀ ਪੜ੍ਹੇ ਸਰਕਾਰੀ 'ਚ ਹੀ ਹੋਣੇ ਆ, ਮੇ ਵੀ ਕਿਸੇ ਦਾ ਪ੍ਰਾਈਵੇਟ ਹੋਣਗੇ, ਪਰ ਜ਼ਿਆਦਾਤਰ ਸਰਕਾਰੀ ਸਕੂਲ ਦਾ ਹੀ ਸਿਸਟਮ ਸੀਗਾ। ਅਤੇ ਕੀ ਮੁਲਕ ਚੱਲਿਆ ਨਹੀਂ? ਕੀ ਤੁਸੀਂ ਪੈਦਾ ਨਹੀਂ ਹੋਏ ਨਾ, ਸਾਰਾ ਕੁਛ ਹੁੰਦਾ। ਪਰ ਅੱਜ ਜਿਹੜਾ ਡੇਟ ਆ, ਅੱਜ ਦੀ ਤਰੀਕ ਦੇ ਵਿੱਚ ਲੋਕ ਕਹਿੰਦੇ ਮਤਲਬ ਦੂਜੇ ਦੇ ਮਹਿਲ ਨੂੰ ਦੇਖ ਕੇ ਆਪਦੀ ਕੁੱਲੀ ਨੂੰ ਅੱਗ ਲਾਉਣ ਵਾਲਾ ਜਿਹੜੀ ਕਹਾਵਤ ਆਪਣੇ ਨਾ, ਉਹ ਪੂਰੀ ਫਿੱਟ ਅੱਜ ਦੇ ਸਮੇਂ ਦੇ ਵਿੱਚ ਆਪਣੇ ਸਮਾਜ ਦੇ ਉੱਤੇ। ਅਤੇ ਅਸੀਂ ਦੂਜੇ ਦਾ ਮਹਿਲ ਦੇਖਦੇ ਹਾਂ, ਆਪਦੀ ਕੁੱਲੀ ਨੂੰ ਅੱਗ ਲਾਉਣ ਲੱਗ ਜਾਂਦੇ ਹਾਂ ਕਿ ਮੈਂ ਇਹ 'ਚ ਨਹੀਂ ਰਹਿਣਾ। ਜਿੱਥੇ ਪਰਮਾਤਮਾ ਨੇ ਤੁਹਾਨੂੰ ਰੱਖਿਆ, ਇੱਕ ਗੱਲ ਸਮਝ ਲਓ, ਤੁਸੀਂ ਉੱਥੇ ਹੀ ਰਹਿਣਾ।
ਕੱਲੇ ਇਸ ਜਹਾਨ 'ਤੇ ਆਏ ਹੋ, ਕੱਲਿਆਂ ਨੇ ਤੁਰ ਜਾਣਾ, ਕੁਛ ਨਹੀਂ ਲੈ ਕੇ ਜਾਣਾ ਨਾਲ। ਨਾ ਤੁਸੀਂ ਧੀ ਭੈਣ, ਪੈਸਾ ਧੇਲਾ, ਰਿਸ਼ਤੇਦਾਰੀਆਂ, ਯਾਰ ਮਿੱਤਰ, ਕਿਸੇ ਨੇ ਤੁਹਾਡੇ ਨਾਲ ਨਹੀਂ ਜਾਣਾ, ਤੁਸੀਂ ਕੱਲਿਆਂ ਨੇ ਜਾਣਾ। ਔਰ ਇਸ ਗੱਲ ਨੂੰ ਲੜ ਬਣ ਕੇ ਰੱਖੋ, ਹਮੇਸ਼ਾ ਯਾਦ ਰੱਖੋ। ਸਵੇਰੇ ਉੱਠ ਕੇ ਜਿਹੜਾ ਮੂਲ ਮੰਤਰ ਕਹਿ ਲਓ, ਇਹਨੂੰ ਮਹਾ ਮੰਤਰ ਕਹਿ ਲਓ, ਜੇ ਜ਼ਿੰਦਗੀ 'ਚ ਕਾਮਯਾਬ ਹੋਣਾ, ਕਿ ਭਾਈ ਮੈਂ ਇਕੱਲਾ ਆਇਆ ਸੀਗਾ, ਖਾਲੀ ਹੱਥ ਆਇਆ ਸੀ, ਖਾਲੀ ਹੱਥ ਜਾਣਾ। ਹੁਣ ਇੱਥੇ ਮੈਂ ਇੱਕ ਡੂੰਘੀ ਗੱਲ ਆ, ਜਿਹਦੇ ਪੱਲੇ ਪੈ ਗਈ ਉਹਦੀ ਜ਼ਿੰਦਗੀ ਬਦਲ ਜੂ। ਹੁਣ ਆਪਾਂ ਇੱਥੇ ਬੈਠੇ ਹਾਂ, ਗੱਲ ਤੁਸੀਂ ਮੇਰੀ ਸੁਣ ਰਹੇ ਹੋ, ਮੈਂ ਤੁਹਾਨੂੰ ਸੁਣਾ ਰਿਹਾ। ਆਪਾਂ ਨੂੰ ਆਉਣ ਵਾਲੇ ਸਮੇਂ ਦਾ ਨਹੀਂ ਪਤਾ ਕਿ ਅੱਗੇ ਸਮਾਂ ਕਿਹੜਾ ਆ ਰਿਹਾ, ਪਰ ਜੇ ਤੁਹਾਨੂੰ ਪਤਾ ਲੱਗ ਜਾਵੇ ਅੱਗੇ ਸਮਾਂ ਕਿਹੜਾ ਆ ਜਾਂਦਾ, ਜਿਵੇਂ ਫੋਰ ਐਗਜ਼ਾਮਪਲ ਤੁਸੀਂ ਵੀਜ਼ਾ ਅਪਲਾਈ ਕਰ ਲਿਆ, ਵੀਜ਼ਾ ਅਪਲਾਈ ਕਰਕੇ ਤੁਹਾਨੂੰ ਵੀਜ਼ਾ ਮਿਲ ਗਿਆ, ਫਿਰ ਤੁਸੀਂ ਐਕਸਾਈਟਡ ਹੋ ਜਾਓਗੇ, ਤੁਹਾਨੂੰ ਪਤਾ ਹੁਣ ਤੁਹਾਨੂੰ ਐਂਟਰੀ ਮਿਲ ਗਈ ਉੱਥੇ ਦੀ, ਅਤੇ ਤੁਸੀਂ ਹੁਣ ਚੜ੍ਹ ਜਾਣਾ ਜਹਾਜ਼। ਫਿਰ ਤੁਸੀਂ ਥੋੜ੍ਹਾ ਬਹੁਤ ਸਟ੍ਰੈਸ ਹੁੰਦਾ ਕਿ ਇਮੀਗ੍ਰੇਸ਼ਨ ਕਿਵੇਂ ਪਾਰ ਕਰਾਂਗੇ, ਜਹਾਜ਼ ਦੇ ਵਿੱਚ ਕਿਵੇਂ ਵਤੀਰਾ ਕਰਨਾ, ਜਦੋਂ ਜਿਹੜਾ ਬੰਦਾ ਨਵਾਂ ਹੁੰਦਾ। ਪਰ ਉਹਦੀ ਵੀ ਕੋਖ ਹੋ ਜਾਂਦੀ ਆ ਨਾ, ਉਹਦੀ ਪੜਤਾਲ ਬੰਦਾ ਕਰ ਲੈਂਦਾ, ਭਾਲ ਕਰ ਲੈਂਦਾ ਬੰਦਾ। ਪਰ ਇੱਕ ਚੀਜ਼ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਆ ਜਿਹਦਾ ਕਿਸੇ ਨੂੰ ਨਹੀਂ ਪਤਾ। ਮੋਸਟ ਆਫ ਦਾ ਪੀਪਲ ਜਿੰਨੇ ਹੈਗੇ ਇੱਥੇ, ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਕਿ ਤੁਹਾਡੀ ਮੌਤ ਕਦੋਂ ਆਉਣੀ ਹੈ। ਉਹ ਜੋ ਸਭ ਤੋਂ ਵੱਡਾ ਸੱਚ ਆ ਜੀਵਨ ਦਾ, ਅਸੀਂ ਉਹਨੂੰ ਭੁੱਲੀ ਬੈਠੇ ਹਾਂ। ਉਹਨੂੰ ਭੁੱਲ ਕੇ ਅਸੀਂ ਦੁਨੀਆਦਾਰੀ ਦੇ ਵਿੱਚ ਇਹੋ ਜਿਹੇ ਉਲਝੇ ਹਾਂ ਕਿ ਅਸੀਂ ਆਪਦੀ ਮਾਂ ਭੂਮੀ ਨੂੰ ਵੀ ਨਿੰਦਦੇ ਹਾਂ, ਅਸੀਂ ਆਪਣਾ ਆਲਾ ਦੁਆਲਾ ਵੀ ਨਿੰਦਦੇ ਹਾਂ, ਕਿਉਂਕਿ ਸਾਡੇ ਮਨ ਦੇ ਵਿੱਚ ਸੰਤੁਸ਼ਟੀ ਨਹੀਂ ਹੈ। ਇਸ ਕਰਕੇ ਅਸੀਂ ਨਿੰਦਦੇ ਰਹਿੰਦੇ ਹਾਂ। ਖਰਚਾ ਜ਼ਰੂਰੀ ਆ, ਸਭ ਕੁਝ ਜ਼ਰੂਰੀ ਆ, ਰਿਸ਼ਤੇਦਾਰ ਵੀ ਆ ਤੁਹਾਡੇ। ਕਈ ਟੀਚਰਾਂ ਕਰਦੇ, ਅੱਜ ਭਾਜੀ ਉਹਨਾਂ ਨੇ ਗੱਲ ਸੁਣਾਈ, ਮੈਂ ਕਰਨੀ ਤਾਂ ਨਹੀਂ ਚਾਹੀਦੀ, ਪਰ ਉਹਨਾਂ ਦੇ ਰਿਸ਼ਤੇਦਾਰ ਕੁਛ ਮੇਰੇ ਮੁਲਕ 'ਚ, ਜਿੱਥੇ ਮੈਂ ਰਹਿੰਦਾ ਜਰਮਨ, ਉੱਥੇ ਹੀ ਰਹਿੰਦੇ ਆ। ਉਹਨਾਂ ਨੇ ਜੋ ਗੱਲਾਂ ਮੈਨੂੰ ਦੱਸੀਆਂ, ਉਹਦੇ ਵਿੱਚ ਆ ਕੇ ਮੈਂ ਮਤਲਬ ਬੜਾ ਹੀ ਦੁਖੀ ਵੀ ਹੋਇਆ ਕਿ ਮੈਂ ਵੀ ਉਸ ਮੁਲਕ ਦੇ ਵਿੱਚ ਰਹਿੰਦਾ, ਅਤੇ ਮੈਂ ਵੀ ਇੱਕ ਇਨਸਾਨ ਆ, ਕੋਸ਼ਿਸ਼ ਮੈਂ ਕਰਦਾ। ਬਹੁਤ ਕੁਛ ਸਿੱਖਿਆ ਉੱਥੇ, ਕਿਵੇਂ ਤੁਸੀਂ ਆਪਣੀ ਲਾਈਫ ਨੂੰ ਵਧੀਆ ਤਰੀਕੇ ਨਾਲ ਜਿਉਂਦੇ ਹੋ, ਕਿਵੇਂ ਤੁਸੀਂ ਲੋਕਾਂ ਦੀ ਹੈਲਪ ਕਰਦੇ ਹੋ। ਉੱਥੇ ਗੋਰੇ ਗੋਰੀਆਂ ਬਹੁਤ ਹੈਲਪ ਕਰਦੇ ਆਪਣੇ ਲੋਕਾਂ ਦੀਆਂ, ਹੋਰ ਸਮਾਜ ਦੀ ਵੀ ਬਹੁਤ ਹੈਲਪ ਕਰਦੇ ਆ, ਠੀਕ ਆ। ਪਰ ਆਪਣੇ ਜਿਹੜੇ ਲੋਕ ਆ, ਹੰਕਾਰੇ ਹੋਏ ਲੋਕ ਆ, ਟੀਚਰਾਂ ਕਰਦੇ ਆ ਕੇ, ਲੈ ਲਿਓ 10-20 ਹਜ਼ਾਰ ਲੈ ਲਿਓ, ਜੇ ਕਦੇ ਲੋੜ ਪਈ ਮੰਗ ਲਿਓ, ਕੋਈ ਚੱਕਰ ਨਹੀਂ ਹੈ। ਮੰਗ ਲਓ ਮਤਲਬ ਇੱਕ ਕਹਿਣ ਦਾ ਤਰੀਕਾ ਹੁੰਦਾ। ਮੇਰੀ ਇੱਥੇ ਪੁਆਇੰਟ ਨੋਟ ਕਰ ਲਿਓ, ਇਹ ਨਾ ਸੋਚਿਓ ਕਿ ਅਗਲੇ ਨੇ ਇੰਨੀ ਗੱਲ ਕਹਿ ਦਿੱਤੀ ਤਾਂ ਘੱਟ ਆ, ਇਹ ਨਹੀਂ, ਇਹ ਕਰਨ ਦਾ ਤਰੀਕਾ ਹੁੰਦਾ। ਮੈਂ ਵੀ ਹੈਲਪ ਕੀਤੀ ਆ ਆਪਣੇ ਭੈਣ ਭਾਈਆਂ ਦੀ, ਜਿਨ੍ਹਾਂ ਦੀ ਮੇਰੇ ਤੋਂ ਹੋ ਸਕੀ। ਜਦੋਂ ਉਹਨਾਂ ਦਾ ਸਮਾਂ ਉਹੋ ਜਿਹਾ ਬਣਿਆ, ਮੈਂ ਉਹਨਾਂ ਦੀ ਹੈਲਪ ਕੀਤੀ ਆ, ਪਰ ਸੱਜੇ ਹੱਥ ਤੋਂ ਕੰਮ ਕੀਤਾ, ਖੱਬੇ ਹੱਥ ਨੂੰ ਪਤਾ ਨਹੀਂ ਲੱਗਣ ਦਿੱਤਾ। ਉਹਨਾਂ ਨੂੰ ਵੀ ਪਤਾ ਵਾ, ਜੇ ਉਹ ਸੁਣਦੇ ਹੋਣਗੇ ਉਹਨਾਂ ਨੂੰ ਵੀ ਪਤਾ ਕਿ ਅਸੀਂ ਕਦੇ ਗੱਲ ਜਿਹੜੀ ਆਪਸੀ ਗੱਲ ਆ ਉਹ ਬਾਹਰ ਨਹੀਂ ਕੱਢੀ, ਜੋ ਮਨੋਂ ਕਰਨਾ ਸੀ ਉਹ ਕੀਤਾ, ਅਤੇ ਪਿਆਰ ਦੀ ਗੱਲ ਹੁੰਦੀ ਆ। ਪਰ ਉਹ ਮੈਂ ਜਿਹੜਾ ਐਗਜ਼ਾਮਪਲ ਤੁਹਾਨੂੰ ਦੇ ਰਿਹਾ ਕਿ ਉਹ ਲੋਕ ਜਿਹੜੇ ਹੈਗੇ ਆ ਬੜੇ ਹੰਕਾਰੇ ਲੋਕ ਆ। ਪਰ ਮੈਂ ਭਾਜੀ ਨੂੰ ਸਮਝਾਇਆ ਕਿ ਦੇਖੋ ਹੁਣ ਤੁਸੀਂ, ਉਹਨਾਂ ਦਾ ਵਤੀਰਾ ਆ, ਉਹਦੇ ਕਰਕੇ ਤੁਸੀਂ ਮਨ ਦੇ ਵਿੱਚ ਤੁਹਾਡੇ ਕਿ ਮੈਂ ਵੀ ਕੁਛ ਕਰਕੇ ਦਿਖਾਵਾਂ। ਮੈਂ ਬਿਲਕੁਲ ਤੁਸੀਂ ਕਰ ਸਕਦੇ ਹੋ। ਉਹ ਕਹਿੰਦੇ ਮੈਂ ਬਾਹਰ ਆਵਾਂ, ਮੈਂ ਕਰਕੇ ਦਿਖਾਉਣਾ। ਮੈਂ ਕਿਹਾ ਤੁਸੀਂ ਆਓ ਬਾਹਰ, ਨੋ ਡਾਊਟ, ਪਰ ਜਿਹੜੀ ਤੁਹਾਡੇ ਕੋਲ ਤੁਹਾਡੇ ਕਰਮ ਆ, ਜਿਹੜੀ ਤੁਹਾਡੀ ਸਮਝ ਆ, ਉਹਨੂੰ ਨਹੀਂ ਬਦਲ ਸਕਦੇ ਤੁਸੀਂ। ਮੈਂ ਚਾਹੁੰਦਾ ਕਿ ਤੁਸੀਂ ਉਹ ਚੀਜ਼ ਨੂੰ ਬਦਲੋ। ਸੋ ਜਿਹੜੀ ਮੈਂ ਗੱਲ ਕਰ ਰਿਹਾ, ਜਿੱਦਣ ਇਨਸਾਨ ਨੂੰ ਪਤਾ ਲੱਗ ਜਾਂਦਾ ਨਾ ਕਿ ਬਈ ਆ ਹੁਣ ਥੋੜ੍ਹੇ ਟਾਈਮ ਦਾ ਮਹਿਮਾਨ ਆ। ਆਪਾਂ ਹਸਪਤਾਲਾਂ 'ਚ ਦੇਖਦੇ ਹਾਂ, ਬਿਮਾਰ ਹੁੰਦਾ ਬੰਦਾ, 100 ਤਰ੍ਹਾਂ ਦੀਆਂ ਬਿਮਾਰੀਆਂ, ਤੁਹਾਨੂੰ ਪਤਾ। ਡਾਕਟਰ ਪਹਿਲਾਂ ਦੱਸ ਦਿੰਦਾ ਕਿ ਭਾਈ ਇਹਦੇ ਕੋਲ ਟਾਈਮ ਨਹੀਂ ਹੈ ਹੁਣ, ਹੈ ਨਾ। ਉਹ ਬੰਦੇ ਨੂੰ ਤਾਂ ਵਿਚਾਰੇ ਨੂੰ ਜਿਹੜਾ ਹੈਗਾ ਕਿ ਪਤਾ ਹੁੰਦਾ ਹੀ ਆ ਕਿ ਮੈਂ ਜਾਣਾ, ਹੁਣ ਟਾਈਮ ਆ ਗਿਆ। ਜਿਹੜੇ ਨਾਲ ਆਸੇ ਪਾਸੇ ਬੈਠੇ ਹੁੰਦੇ ਉਹ ਵੀ ਵਿਚਾਰੇ ਫਿਰ ਉਹ ਵੀ ਸੋਚਦੇ ਆ ਜ਼ਿੰਦਗੀ ਬਾਰੇ, ਯਾਰ ਬੰਦਾ ਸਾਡਾ ਹੁਣ ਇਹ ਸਾਡੇ ਵਿੱਚ ਨਹੀਂ ਰਹਿਣਾ। ਫਿਰ ਉਦੋਂ ਵਿਚਾਰ ਆਉਂਦੇ ਕਿ ਯਾਰ ਇਹ
ਕੀ ਲੈ ਚੱਲਿਆ। ਬੰਦਾ ਇੱਕ ਹੀ ਚੀਜ਼ ਲੈ ਕੇ ਜਾਂਦਾ ਨਾਲ, ਉਹ ਵੀ ਇੱਥੇ ਰਹਿ ਜਾਂਦੀ ਹੈ, ਪਿਆਰ ਨਾ। ਵਧੀਆ ਜੀਵਨ ਨੂੰ ਤੁਸੀਂ ਜਿਉਂ ਤਾਂ ਤੁਹਾਡੇ ਨਾਲ 4 ਲੋਕ ਜੁੜਦੇ ਜਿਹੜੇ ਤੁਹਾਨੂੰ ਬਾਅਦ 'ਚੋਂ ਯਾਦ ਕਰਦੇ ਆ, ਯਾਦਾਂ ਰਹਿ ਜਾਂਦੀਆਂ। ਸੋ ਇਹ ਚੀਜ਼ ਦਾ ਖਿਆਲ ਰੱਖੋ, ਇੰਨਾ ਪੈਸੇ ਪਿੱਛੇ ਨਾ ਭੱਜੋ, ਇੰਨੀ ਹਾਈ ਫਾਈ ਲਾਈਫ ਕਰਨ ਦੀ ਕੋਸ਼ਿਸ਼ ਨਾ ਕਰੋ ਕਿ ਉਹਨੂੰ ਮੇਨਟੇਨ ਕਰਨਾ ਬਹੁਤ ਫਿਰ ਔਖਾ ਹੁੰਦਾ। ਹੁਣ ਜਿੰਨੇ ਵੀ ਸ਼ਾਹੂਕਾਰ ਲੋਕ ਆ, ਉਹਨਾਂ ਨੂੰ ਆਪਣਾ ਕੰਮ ਮੇਨਟੇਨ ਰੱਖਣ ਵਾਸਤੇ ਬਹੁਤ ਪਾਪੜ ਵੇਲਣੇ ਪੈਂਦੇ, ਖਰਚਾ ਬਹੁਤ ਕਰਨਾ ਪੈਂਦਾ। ਫਿਰ ਖਰਚਾ ਕਰਨਾ ਪੈਂਦਾ, ਫਿਰ ਉਹੋ ਜਿਹੇ ਹਿਸਾਬ ਨਾਲ ਕਮਾਈਆਂ ਕਰਨੀਆਂ ਪੈਂਦੀਆਂ। ਚਾਹੇ ਤੁਸੀਂ ਕਰੋੜਪਤੀ ਹੋ ਜਾਓ, ਮੇਰਾ ਜਿਹੜਾ ਕਹਿਣ ਦਾ ਮਤਲਬ ਆ ਕਿ ਤੁਸੀਂ ਸਿੰਪਲ ਲਾਈਫ ਜਿਓ। ਮੈਂ ਸਿੰਪਲ ਲਾਈਫ ਜਿਉਂਦਾ, ਮੇਰੇ ਕੋਲ ਸਾਰਾ ਕੁਛ ਆ ਪਰਮਾਤਮਾ ਦਾ ਦਿੱਤਾ, ਘਰ ਪਰਿਵਾਰ, ਬੱਚੇ, ਪੈਸਾ, ਗੱਡੀਆਂ, ਸਭ ਕੁਛ ਆ। ਮੈਂ ਹੁਣ ਤੁਹਾਡੇ ਮੂਹਰੇ ਕੈਨੇਡਾ ਦੇ ਵਿੱਚ ਬੈਠਾ, ਪਰ ਰਹਿਣਾ ਮੈਂ ਬਿਲਕੁਲ ਸਿੰਪਲ ਆ, ਹੈ ਨਾ। ਬਿਲਕੁਲ ਸਿੰਪਲ ਲਾਈਫ ਰੱਖੀ ਹੋਈ ਆ। 2 ਰੋਟੀਆਂ ਖਾਣੀਆਂ, ਪਰਮਾਤਮਾ ਦਾ ਸ਼ੁਕਰ ਮਨਾਈ ਦਾ, ਜ਼ਿਆਦਾ ਭੱਜੋ ਨਹੀਂ ਕਰੀਦੀ। ਤੁਸੀਂ ਇਹ ਚੀਜ਼ ਨੂੰ ਲੜ ਬੰਨ੍ਹ ਲਓ ਕਿ ਤੁਸੀਂ ਆਪਣੀ ਇੱਕ ਜਿਹੜੀ ਲਾਈਫ ਆ ਉਹਨੂੰ ਆਨੰਦ ਨਾਲ ਜੀਵਨ ਨੂੰ ਬਤੀਤ ਕਰਨਾ, ਨਾ ਕਿ ਇਹਨਾਂ ਚੱਕਰਾਂ ਦੇ ਵਿੱਚ ਪੈਣਾ। ਹੁਣ ਜਿਹੜੀ ਗੱਲ ਕਰਦੇ ਸੀਗੇ ਕਿ ਹੁਣ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡੇ ਕੋਲ 4 ਦਿਨ ਹੀ ਆ ਜ਼ਿੰਦਗੀ ਦੇ, ਕੀ ਤੁਸੀਂ ਇੰਨਾ ਕੁਛ ਕਰੋਗੇ ਜੋ ਕੁਛ ਤੁਸੀਂ ਅੱਜ ਕਰ ਰਹੇ ਹੋ, ਜੋ ਤੁਹਾਡੇ ਅੱਜ ਦਿਮਾਗ ਦੇ ਵਿੱਚ ਚੱਲਦਾ ਕਿ ਮੈਂ ਕਾਰੋਬਾਰ ਚਲਾਉਣਾ, ਮੈਂ ਬਾਹਰ ਜਾਣਾ, ਮੈਂ ਪੈਸੇ ਕਮਾਉਣੇ ਆ, ਫਲਾਨਾ ਧਮਕਾ ਜੇ ਵੋ, ਕੀ ਤੁਹਾਡੇ ਮਾਈਂਡ ਦੇ ਵਿੱਚ ਉਦੋਂ ਜੇ ਤੁਹਾਨੂੰ ਪਤਾ ਲੱਗ ਬਈ 4 ਦਿਨ ਦੇ ਤੁਸੀਂ ਮਹਿਮਾਨ ਹੋ, 4 ਦਿਨ ਬਾਅਦ ਤੁਸੀਂ ਤੁਰ ਜਾਣਾ ਜਹਾਨੋਂ, ਕੀ ਤੁਸੀਂ ਇਹ ਸਭ ਚੀਜ਼ਾਂ ਬਾਰੇ ਸੋਚ ਸਕਦੇ ਹੋ? ਮੈਨੂੰ ਨਹੀਂ ਲੱਗਦਾ। ਜਿਸ ਤੱਕ ਮੇਰਾ ਤਜਰਬਾ ਵਾ, ਜੋ ਮੈਂ ਸਿੱਖਿਆ ਜੀਵਨ ਤੋਂ, ਤੁਸੀਂ ਕਦੇ ਨਹੀਂ ਸੋਚ ਸਕਦੇ। ਤੁਸੀਂ ਫਿਰ ਇਹ ਸੋਚਣਾ ਕਿ ਭਾਈ ਮੈਂ ਇਹਨੂੰ ਵੀ ਮਿਲ ਲਾਂ, ਆਹ ਵੀ ਦੇਖ ਲਾਂ, ਆਨੰਦ ਕਰ ਲਾਂ ਜੀਵਨ ਦੇ ਵਿੱਚ। ਜੋ ਸਮਾਂ ਹੈਗਾ ਆ ਬਹਿ ਕੇ ਆਪਣੇ ਭੈਣ ਭਾਈਆਂ ਦੇ ਵਿੱਚ, ਪਰਿਵਾਰ ਦੇ ਨਾਲ, ਮੈਂ ਉਹਨੂੰ ਹਾਸੇ ਖੁਸ਼ੀ ਉਹਨੂੰ ਆਨੰਦ ਲੈ ਲਾ ਉਹਦਾ। ਹੁਣ ਗੱਲ ਇਹ ਆ ਕਿ ਸਰਕਾਰੀ ਸਕੂਲ, ਪ੍ਰਾਈਵੇਟ ਸਕੂਲ, ਜਿੱਦਾਂ ਮੈਂ ਦੱਸਿਆ ਕਿ ਵਿਆਹ ਹੁੰਦਾ, ਸ਼ੁਰੂ ਹੋ ਜਾਂਦਾ ਕੰਮ, ਬੱਚੇ ਹੁੰਦੇ ਆ, ਫਿਰ ਉਹ ਫਲਾਨੇ ਦਾ ਜਵਾਕ ਉੱਥੇ ਪੜ੍ਹਦਾ ਫਲਾਨੇ ਸਕੂਲ 'ਚ, ਅਗਲੇ ਵੀ ਆ ਕੇ ਚੌੜੇ ਹੋ ਕੇ ਦੱਸਦੇ ਲਾਲੇ, ਹੈ ਨਾ, ਕਿ ਜ਼ਿਆਦਾਤਰ ਲਾਲਿਆਂ ਦੇ ਜਵਾਕਾਂ ਨੇ ਸ਼ੁਰੂ ਕੀਤਾ ਨਾ ਕੰਮ, ਜਾਂ ਪਿੰਡ ਦੇ ਵਿੱਚ ਵੱਡੇ ਜੱਟਾਂ ਦੇ ਜਿਹੜੇ ਹੈਗੇ ਆ ਘਰਾਣੇ, ਉਹਨਾਂ ਦੇ ਜਿਨ੍ਹਾਂ ਦੇ ਬਾਹਰ ਬੂਰ ਆਏ ਹੋਏ ਆ, ਅਗਲੇ ਦਿੰਦੇ ਆ ਫੀਸਾਂ। ਵੱਡੇ ਸਕੂਲ ਬਣੇ ਹੋਏ ਆ, ਨੋ ਡਾਊਟ ਬਣੇ ਆ, ਫੈਸਿਲਿਟੀਆਂ ਬਣੀਆਂ, ਸਾਰੀਆਂ ਹੋਣੀਆਂ ਵੀ ਚਾਹੀਦੀਆਂ। ਕਹਿਣ ਦਾ ਇਹ ਨਹੀਂ ਮਤਲਬ ਕਿ ਨਹੀਂ ਹੋਣਾ ਚਾਹੀਦਾ ਇਹ ਸਭ ਕੁਛ ਹੋਣਾ ਚਾਹੀਦਾ। ਪਰ ਇੱਕ ਕਾਮਨ ਮੈਨ ਆ ਜਿਹੜਾ ਇਹਨਾਂ ਚੀਜ਼ਾਂ ਨੂੰ ਦੇਖ ਕੇ ਆਪਣੀ ਜ਼ਿੰਦਗੀ ਨੂੰ ਕੋਸਦਾ, ਆਪਾਂ ਉਹਦੀ ਗੱਲ ਕਰ ਰਹੇ ਹਾਂ। ਮੈਂ ਕਿਸੇ ਸ਼ਾਹੂਕਾਰ ਦੀ ਗੱਲ ਨਹੀਂ ਕਰਦਾ ਇੱਥੇ ਕਿ ਸ਼ਾਹੂਕਾਰ ਜਿਹੜਾ ਬੰਦਾ ਉਹਦੇ ਬਾਰੇ ਗੱਲ ਆ। ਸ਼ਾਹੂਕਾਰ ਨੂੰ ਪਤਾ ਉਹਦੀ ਜ਼ਿੰਦਗੀ ਕਿਵੇਂ ਲੰਘਦੀ ਆ, 3600 ਬਿਮਾਰੀਆਂ ਲੱਗੀਆਂ ਹੁੰਦੀਆਂ, ਔਰ ਖਾਣ ਪੀਣ ਨੂੰ ਔਖਾ, ਦਾਨ ਪੁੰਨ ਕਰਨ ਨੂੰ ਉਹ ਔਖਾ ਹੁੰਦਾ। ਉਹ ਦਾਨ ਪੁੰਨ ਉਹੋ ਜਿਹੀ ਜਗ੍ਹਾ 'ਤੇ ਕਰਦੇ ਆ ਜਿੱਥੇ ਉਹਦਾ ਕੋਈ ਅਰਥ ਹੀ ਨਹੀਂ ਹੈਗਾ, ਬੇਅਰਥੇ ਬੇਲੋੜੇ ਦਾਨ ਪੁੰਨ ਕਰਦੇ ਆ। ਤਾਂ ਤੁਸੀਂ ਲੋਕ ਜਿਹੜੇ ਹੈਗੇ ਆ ਭਾਈ, ਬਹੁਤ ਕੁਛ ਕਰ ਸਕਦੇ ਹੋ। ਮੈਂ ਤੁਹਾਨੂੰ ਅੱਜ ਇੱਥੇ ਕੰਮ ਦੱਸਦਾ, ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਜਾਣੇ ਇਸੇ ਲਾਈਨ ਨੂੰ ਫੜ ਲਿਓ, ਤੁਸੀਂ ਫੜ ਵੀ ਲਓਗੇ ਤਾਂ ਵੀ ਨੁਕਸਾਨ ਨਹੀਂ ਹੈ, ਕਿਉਂਕਿ ਇਹ ਰੋਜ਼ਮਰਰਾ ਦਾ ਕੰਮ ਆ। ਇੱਕ ਬਾਹਰ ਆਉਣ ਖਾਤਰ ਤੁਸੀਂ ਲਾਉਂਦੇ ਹੋ ਜੀ, ਕੋਈ 10 ਲੱਖ ਖਰਚ ਕਰਦਾ, ਕੋਈ 15 ਲੱਖ ਖਰਚ ਕਰਦਾ। ਕੰਮ ਕੀ ਆ? ਦਿਹਾੜੀਆਂ ਕਰਨੀਆਂ ਆ ਕੇ ਇੱਥੇ। ਆ ਪਿੱਛੇ ਮਸ਼ੀਨ ਚੱਲਦੀ, ਸੁਣਦੀ ਹੋਣੀ ਤੁਹਾਨੂੰ ਆਵਾਜ਼, ਹੈ ਨਾ। ਇਹ ਲੋਕ ਇੱਥੇ ਮਜ਼ਦੂਰੀ ਕਰ ਰਹੇ ਨੇ, ਹੁਣ ਆਪਣੇ ਬੰਦੇ ਆ, ਕਾਲੇ ਆ ਨਾਲ, ਮੈਂ ਦੇਖਿਆ ਉਹਨਾਂ ਨੂੰ, ਪੱਗਾਂ ਬੰਨ੍ਹੀਆਂ ਹੋਈਆਂ ਸਰਦਾਰ ਲੋਕ ਨੇ ਨਾਲ, ਜਿਹੜੇ ਢੋਂਦੇ ਫਿਰਦੇ ਆ ਮਾਲ। ਹੁਣ ਮੈਂ ਦਿਖਾ ਨਹੀਂ ਸਕਦਾ ਤੁਹਾਨੂੰ, ਪ੍ਰਾਈਵੇਸੀ ਆ, ਤੁਹਾਨੂੰ ਪਤਾ ਇਸ ਚੀਜ਼ ਦਾ, ਨਾਲੇ ਚੰਗਾ ਨਹੀਂ ਲੱਗਦਾ, ਅਗਲੇ ਦੀ ਆਪਦੀ ਲਾਈਫ ਆ। ਸੋ ਇੰਨਾ ਕੁਛ ਬੰਦਾ ਕਰਦਾ ਬਾਹਰ ਆ ਕੇ, ਇੰਨੇ ਪੈਸੇ ਲਾ ਕੇ ਆਹ ਕੰਮ ਕਰਨ ਵਾਸਤੇ। ਤੁਹਾਨੂੰ ਮੈਂ ਹੁਣ ਜਿਹੜੀ ਗੱਲ ਦੱਸਣ ਲੱਗਿਆ, ਜੇ ਤੁਸੀਂ ਉਹਨੂੰ ਫੜ ਲਓ, ਉਹਨੂੰ ਸਮਝ ਲਓ, ਬੁੱਝ ਲਓ, ਤੁਹਾਡੀ ਜ਼ਿੰਦਗੀ ਬਦਲ ਜਾਊ। ਤੁਸੀਂ ਇਹ ਸਮਝ ਲਓ ਤੁਸੀਂ ਬਾਹਰ ਹੋ, ਤੁਸੀਂ ਇਹ ਸਮਝ ਲਓ ਤੁਸੀਂ ਬਾਹਰ ਆ ਗਏ ਹੋ,
ਤੁਹਾਡੇ ਕੋਲ ਪੂੰਜੀ ਹੈਗੀ ਆ, ਕੰਮ ਸ਼ੁਰੂ ਕਰਨਾ ਹੁਣ ਤੁਸੀਂ ਕੋਈ, ਕਿਵੇਂ ਕਰੀਏ? ਉਹਨੂੰ ਰਜਿਸਟਰ ਕਰਦੇ ਹੋ, ਫਿਰ ਉਹਦਾ ਟੈਕਸ ਨੰਬਰ ਸਾਰਾ ਕੁਝ ਜੋ ਵੀ ਫਾਰਮੈਲਿਟੀ ਉਹ ਪੂਰੀਆਂ ਕਰਦੇ ਹੋ, ਫਿਰ ਤੁਸੀਂ ਜਗ੍ਹਾ ਲੈਂਦੇ ਹੋ, ਉਹਦੇ ਵਿੱਚ ਇਨਵੈਸਟਮੈਂਟ ਕਰਦੇ ਹੋ, ਫਿਰ ਉਹਦੇ ਬਾਅਦ ਗਾਹਕ ਦੀ ਡੀਲ ਕਰਦੇ ਹੋ। ਆਈ ਹੁੰਦਾ? ਹਾਂਜੀ, ਇੱਦਾਂ ਹੀ ਹੁੰਦਾ ਨਾ। ਮੈਂ ਮੰਨ ਲਓ ਰੈਸਟੋਰੈਂਟ ਖੋਲ੍ਹ ਲਿਆ ਇੱਥੇ, ਮੈਂ ਉਹਦਾ ਪਹਿਲਾਂ ਜਗ੍ਹਾ ਲਾਊਂਗਾ, ਫਿਰ ਰਜਿਸਟਰ ਕਰਾਊਂਗਾ, ਸਾਰਾ ਜਿੰਨੇ ਵੀ ਕਾਗਜ਼ ਪੱਤਰ ਬਣਵਾ ਕੇ ਮੈਂ ਉਹਨੂੰ ਬਣਾਊਂਗਾ, ਬਣਾ ਕੇ ਫਿਰ ਮੈਂ ਸਟਾਫ ਭਰਤੀ ਕਰੂੰ, ਫਿਰ ਸਟਾਫ ਭਰਤੀ ਕਰਕੇ ਮੈਂ ਉਹਦੀ ਐਡਵਰਟਾਈਜ਼ਮੈਂਟ ਕਰੂੰਗਾ, ਐਡਵਰਟਾਈਜ਼ਮੈਂਟ ਕਰਕੇ ਫਿਰ ਮੈਂ ਗਾਹਕ ਦੀ ਵੇਟ ਕਰੂੰਗਾ ਕਿ ਹੁਣ ਮੇਰੇ ਕੋਲ ਗਾਹਕ ਆਊਗਾ। ਕਿੰਨਾ ਪੈਸਾ ਖਰਚ ਕਰਕੇ? ਲੱਖਾਂ ਕਰੋੜਾਂ ਰੁਪਈਆ, ਇਹਨਾਂ ਮੁਲਕਾਂ ਦੇ ਵਿੱਚ ਤਾਂ ਦੇ ਹਿਸਾਬ ਨਾਲ ਤਾਂ ਕਰੋੜਾਂ ਰੁਪਈਆ, ਆਪਣੇ ਹਿਸਾਬ ਨਾਲ ਲੱਖਾਂ ਰੁਪਈਆ ਮੈਂ ਇੱਥੇ ਖਰਚ ਕਰੂੰਗਾ, ਫਿਰ ਮੈਂ ਜਾ ਕੇ ਕੋਈ ਕਾਰੋਬਾਰ ਸੈੱਟ ਕਰੂੰ। ਮੈਂ ਤੁਹਾਨੂੰ ਜਿਹੜਾ ਹੁਣ ਦੱਸਣ ਲੱਗਿਆ, ਤੁਸੀਂ ਇੰਡੀਆ ਦੇ ਵਿੱਚ ਬੈਠੇ ਹੋ, ਤੁਹਾਡਾ ਬਾਹਰ ਉੱਥੇ ਹੀ ਆ। ਜਿਹੜੇ ਬੰਦੇ ਔਨਲਾਈਨ ਕੰਮ ਕਰ ਸਕਦੇ ਆ, ਵਲੋਗਿੰਗ ਕਰ ਸਕਦੇ, ਜਿਵੇਂ ਹੁਣ ਮੈਂ ਬੈਠਾ ਤੁਹਾਡੇ ਨਾਲ ਗੱਲ ਕਰ ਰਿਹਾ, ਇਹ ਸਮਝ ਲਓ ਅੱਜ ਦੀ ਡੇਟ ਦੇ ਵਿੱਚ, ਮੈਂ ਜਿਵੇਂ ਪਿਛਲੀ ਵੀਡੀਓ ਦੱਸਿਆ ਕਿ ਇਹ ਸਭ ਤੋਂ ਵੱਡਾ ਤੁਹਾਡਾ ਬਿਜ਼ਨਸ ਪੋਰਟਲ ਆ ਜਿੱਥੇ ਤੁਸੀਂ ਵਪਾਰ ਕਰ ਸਕਦੇ ਹੋ। ਤੁਸੀਂ ਸਿਕਿਉਰ ਮਨੀ ਭਾਲਦੇ ਹੋ, ਕਿਉਂਕਿ ਇਹਦੇ ਵਿੱਚ ਟਾਈਮ ਲੱਗਦਾ। ਔਨਲਾਈਨ ਜਿਹੜਾ ਕੰਮ ਕਿਸਮਤ ਦੀ ਗੱਲ ਹੁੰਦੀ ਆ, ਕਈਆਂ ਦੀ ਗੁੱਡੀ ਪਰਮਾਤਮਾ ਨੇ ਉਵੇਂ ਚੜਾਉਣੀ ਹੁੰਦੀ ਹੈ, ਅਤੇ ਇੱਕ ਵੀਡੀਓ ਪਾਉਂਦੇ ਆ ਅਤੇ ਲੋਕ ਧੜਾ ਧੜ ਜੁੜ ਜਾਂਦੇ ਉਹਦੇ ਨਾਲ। ਉਹ ਇੱਕ ਕੁਦਰਤ ਦਾ ਰਾਹ ਦਿੱਤਾ ਹੋਇਆ। ਉਹ ਐਗਜ਼ਾਮਪਲਾਂ ਵੀ ਮੇਰੇ ਕੋਲ ਹੈਗੀਆਂ ਨੇ ਕਿ ਜਿੱਥੇ ਲੋਕ ਜੁੜਦੇ ਆ, ਪਹਿਲੀ ਵੀਡੀਓ ਦੇ ਵਿੱਚ ਹੀ ਜੁੜ ਜਾਂਦੇ ਲੋਕ, ਹੈ ਨਾ। ਕੋਈ ਸਪੋਰਟ ਕਰ ਦਿੰਦਾ ਤੁਹਾਨੂੰ, ਤੁਹਾਡਾ ਕਨਸੈਪਟ ਹੋ ਜਾਂਦਾ, ਲੋਕ ਫਿਰ ਤੁਹਾਨੂੰ ਦੇਖਣ ਲੱਗ ਜਾਂਦੇ ਆ। ਚਲੋ ਇਹ ਵੱਖਰਾ ਟੌਪਿਕ ਆ, ਪਰ ਜਿਹੜੀ ਆਪਾਂ ਗੱਲ ਕਰਦੇ ਕਿ ਸਿਕਿਉਰ ਇੱਕ ਬਿਜ਼ਨਸ, ਮੈਂ ਅੱਜ ਭਾਜੀ ਉਹਨਾਂ ਨੂੰ ਜਦ ਮੈਂ ਗੱਲ ਕਰਦਾ ਸੀਗਾ, ਮੈਂ ਉਹਨਾਂ ਨੂੰ ਐਡਵਾਈਜ਼ ਕੀਤਾ, ਤੁਹਾਨੂੰ ਵੀ ਕਰਦਾ ਮੈਂ ਕਿ ਤੁਸੀਂ ਵੀ ਕਰ ਸਕਦੇ ਹੋ। ਤੁਹਾਡੇ ਸ਼ਹਿਰ ਦਾ ਜਿਹੜਾ ਨਾਮੀ ਕੁੱਕ ਆ ਨਾ, ਨਾਮੀ ਕੁੱਕ, ਕੋਈ ਬਜ਼ੁਰਗ ਜਿਹਦੇ ਹੱਥ ਦੇ ਵਿੱਚ ਬਸ ਰੱਬੀ ਗੁਣ ਹੁੰਦਾ, ਕਿਸੇ ਕਿਸੇ ਦੇ ਵਿੱਚ ਹੁੰਦਾ, ਸਾਰਿਆਂ 'ਚ ਨਹੀਂ ਹੁੰਦਾ। ਮੈਂ ਇਹ ਵੀ ਗੱਲ ਸਮਝ ਲਓ। ਤੁਸੀਂ 2-4 ਬੰਦੇ ਇਹੋ ਜਿਹੇ ਲੱਭਣੇ ਜਿਨ੍ਹਾਂ ਦੇ ਕੋਲ ਪੂਰੇ ਸੋਲਿਡ ਮਤਲਬ ਜਾਣਕਾਰੀ ਆ ਕਿ ਮਸਾਲਾ ਇੱਕ ਜਿਹੜੇ ਲਾਉਂਦੇ ਆ ਉਹ ਦਾਲਾਂ ਸਬਜ਼ੀਆਂ ਨੂੰ, ਮੇਨ ਉਹਨਾਂ ਦਾ ਇੱਕ ਮਸਾਲਾ ਹੁੰਦਾ ਗਰਮ ਮਸਾਲਾ, ਜਿਹੜਾ ਬਣਾਉਂਦੇ ਆ ਸਪੈਸ਼ਲ ਮਸਾਲਾ, ਉਹ ਕਿੰਨਾ ਕਿੰਨਾ ਲਾਉਣਾ, ਉਹ ਉਹਨਾਂ ਦੇ ਬਾਕੀ ਹੋਰ ਮਸਾਲੇ ਕਿਹੜੇ ਲੱਗਣੇ ਆ, ਉਹਨਾਂ ਦੀ ਪ੍ਰੋਪਰ ਜਾਣਕਾਰੀ ਉਹਨਾਂ ਨੂੰ ਹੁੰਦੀ ਆ। ਤੁਸੀਂ ਇੱਕ ਚੱਕੀ ਲਾਉਣੀ ਆ, ਤੁਸੀਂ ਉਹ ਗੁਰੂਆਂ ਕੋਲੇ ਜਾਣਾ, ਮਾਸਟਰ ਜਿਹੜੇ ਹੈਗੇ ਕੁਕਿੰਗ ਦੇ। ਕਿਉਂਕਿ ਮੇਰਾ ਪਰਸਨਲ ਐਕਸਪੀਰੀਅੰਸ ਆ, ਮੈਂ ਕੈਟਰਿੰਗ ਦਾ ਕੰਮ ਕਰਦਾ ਸੀਗਾ ਇੰਡੀਆ, ਅਤੇ ਸਾਡੇ ਇੱਕ ਫੰਕਸ਼ਨ ਆਇਆ ਬਹੁਤ ਵੱਡਾ, ਅਤੇ ਉੱਥੇ ਫਿਰ ਸਾਨੂੰ ਲੋੜ ਸੀਗੀ, ਜਿਹੜਾ ਮੇਰਾ ਪਹਿਲਾ ਇਵੈਂਟ ਸੀਗਾ ਪੰਜਾਬ 'ਚ, ਉਹ ਏਡਸ ਦੇ ਉੱਤੇ ਇਨਫੋਰਮੇਸ਼ਨ ਸੀਗੀ, ਸਕੂਲਾਂ ਦੇ ਵਿੱਚ ਵੱਡੇ ਸੈਮੀਨਾਰ ਹੋ ਰਹੇ ਸੀ ਗਵਰਨਮੈਂਟ ਵੱਲੋਂ, ਅਤੇ ਉਦੋਂ ਸਾਨੂੰ ਇੱਕ ਓਪਰਚੁਨਿਟੀ ਮਿਲੀ ਕਿ ਕੇਟਰਿੰਗ ਕਰਨੀ ਆ। ਜਿੰਨੇ ਵੀ ਸਟੂਡੈਂਟਸ ਇੱਥੇ ਹੈਗੇ ਆ, ਜਿੰਨੇ ਵੀ ਲੋਕ ਆ ਰਹੇ ਆ, ਮੈਡਮਾਂ ਆ ਰਹੀਆਂ ਵੱਖੋ ਵੱਖਰੇ ਸਕੂਲਾਂ ਤੋਂ, ਸਭ ਨੂੰ ਖਾਣਾ ਦੇਣਾ। ਅਤੇ ਉਦੋਂ ਅਸੀਂ ਇਵੈਂਟ ਜਿਹੜਾ ਪਹਿਲਾ ਐਕਸਪੀਰੀਅੰਸ ਸੀਗਾ ਉਹ ਫੜਿਆ, ਅਤੇ ਉੱਥੇ ਇੱਕ ਤਾਊ ਜੀ ਸੀਗੇ ਸਾਡੇ ਨਾ, ਮੈਂ ਤਾਊ ਜੀ ਕਹਿੰਦਾ ਉਹਨੂੰ, ਸਾਰੇ ਤਾਊ ਕਹਿੰਦੇ ਪਏ, ਮੈਂ ਤਾਊ ਜੀ ਕਹਿੰਦਾ, ਬਜ਼ੁਰਗ ਸੀਗੇ ਨਾ। ਉਹਨਾਂ ਨੇ ਜਦੋਂ ਸਾਰਾ ਕੁਝ ਤਿਆਰ ਕਰਵਾਇਆ, ਮਸਾਲੇ ਮਸੂਲੇ ਪੀਸੇ ਗਏ, ਅਤੇ ਉਹ ਜਿਹੜਾ ਮਸਾਲਾ ਜਿਹੜਾ ਲਪਟਾ ਮਾਰਦੇ ਲਪਟਾ, ਤੁਸੀਂ ਹਿਸਾਬ ਲਾ ਲਓ ਕਿ ਮੇਰੇ ਕੋਲ ਜਦੋਂ ਸਾਰੇ ਫੰਕਸ਼ਨ ਨਿਬੜ ਗਿਆ, ਸਾਡੇ ਕੋਲ ਕਿਲੋ ਕੁ ਬਚ ਗਿਆ ਹੋਣਾ। ਉਹ 1 ਕਿਲੋ ਮਸਾਲਾ ਸਾਡਾ ਆਲਮੋਸਟ 1 ਸਾਲ ਚੱਲਿਆ, ਕਿਉਂਕਿ ਉਹ ਇੱਕ ਚੁੰਡੀ ਪੈਂਦਾ ਹੁੰਦਾ ਸੀਗਾ। ਦਾਲ ਸਬਜ਼ੀ ਤੁਸੀਂ ਕੋਈ ਵੀ ਬਣਾਉਣੀ ਆ, ਇੱਕ ਚੁੰਡੀ ਮਸਾਲੇ ਦੀ ਪਾਉਣੀ, ਬਸ ਐਂਡ ਹੁੰਦਾ ਸੀ, ਐਂਡ ਦੁਬਾਰਾ ਦੂਜੀ ਚੁੰਡੀ ਨਹੀਂ ਮੰਗੀ ਕਦੇ, ਇੰਨਾ ਤੇਜ਼ ਮਸਾਲਾ। ਤੁਸੀਂ ਉਹ ਚੀਜ਼ ਵਾਸਤੇ ਮੈਂ ਤੁਹਾਨੂੰ ਕਹਿ ਰਿਹਾ ਇੱਥੇ ਕਿ ਤੁਸੀਂ ਉੱਦਾਂ ਦਾ ਕੋਈ ਮਾਸਟਰ ਲੱਭੋ, ਦੇਖੋ ਉਹਨਾਂ ਦੇ ਹੱਥ ਦਾ ਕਿਵੇਂ ਹੈਗਾ ਟੇਸਟ, ਮਸਾਲਾ ਕਿਵੇਂ ਤਿਆਰ ਹੁੰਦਾ, ਜਿਹਦਾ ਤੁਹਾਨੂੰ ਸਭ ਤੋਂ ਬੈਟਰ ਲੱਗਦਾ। 3-4 ਜਾਣੇ ਦੇਖੋ ਨਾ, ਇੱਕ ਜਾਣੇ ਦੇ ਨਾਲ ਡੋਰ ਛੱਡੋ। ਜੇ ਹਾਂ ਤੁਹਾਡੀ ਤਸੱਲੀ ਹੈਗੀ, ਜਿਵੇਂ ਮੈਨੂੰ ਤਸੱਲੀ ਆ, ਹੁਣ ਜੇ ਮੈਂ ਕਰਨਾ ਹੋਵੇ, ਮੈਂ ਤਸੱਲੀ ਉੱਥੇ ਕਰਾਂ ਆਪਦੇ ਕਿ ਉਹਨਾਂ ਕੋਲ ਜਾ ਕੇ ਉਸਤਾਦ ਨੂੰ ਮੈਂ ਕਹਾਂ, ਤਾਊ ਜੀ ਨੂੰ ਕਿ ਤਾਊ ਜੀ ਬਣਾਓ ਇਹ, ਹੈ ਨਾ, ਮੈਨੂੰ ਰੈਸਪੀ ਦਿਓ। ਉਹਦੇ ਵਿੱਚ ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ, ਉਹ ਦੱਸ ਦਿੰਦੇ ਆ, ਭਲੇ ਲੋਕ ਆ, ਸ਼ਾਹੂਕਾਰ ਨਹੀਂ ਹੁੰਦੇ, ਕਿਉਂਕਿ ਉਹ ਮਿਹਨਤ ਮਜ਼ਦੂਰੀ ਕਰਦੇ ਆ ਬੰਦੇ,
ਤੇ ਉਹ ਜਿਹੜਾ ਗੁਣ ਹੈਗਾ ਉਹ ਦਿੰਦੇ ਆ, ਵੰਡਦੇ ਆ ਕਿ ਲੋਕਾਂ ਨੂੰ ਉਹ, ਕਿਉਂਕਿ ਸਾਰੇ ਚੇਲੇ ਚਪਾਟੇ ਜਿੰਨੇ ਹੁੰਦੇ ਸਭ ਨੂੰ ਸਿਖਾਉਂਦੇ ਆਹ ਪਾ, ਇੰਨਾ ਪਾ ਦੇ ਬਈ ਇਹਦੇ ਵਿੱਚ, ਇੰਨੇ ਗ੍ਰਾਮ ਆਹ ਪਾ ਦੇ, ਇੰਨੇ ਗ੍ਰਾਮ ਆਹ ਪਾ ਦੇ, ਹੈ ਨਾ, ਜਦੋਂ ਮਸਾਲਾ ਤਿਆਰ ਹੁੰਦਾ। ਅਤੇ ਤੁਹਾਨੂੰ ਉਹ ਬਿਲਕੁਲ ਪ੍ਰੋਪਰ ਗਾਈਡ ਕਰ ਦੇਣਗੇ। ਤੁਸੀਂ ਵਧੀਆ ਇੱਕ ਮਸਾਲਾ ਬਣਵਾਓ, ਛੋਟੀ ਪੈਕਿੰਗ ਕਰਨੀ ਆ, 5 ਰੁਪਏ ਮਤਲਬ 2 ਚਮਚੇ, ਜਿਹਦੇ ਵਿੱਚ ਆਲਮੋਸਟ ਮੇਰੇ ਖਿਆਲ ਇੰਨਾ ਕੀ ਹੋਊਗਾ। ਉਹ ਪੈਕੇਜ ਬਣਾਉਣੇ ਤੁਸੀਂ, ਮੰਨ ਲਓ ਤੁਸੀਂ 100 ਪੈਕਟ ਬਣਾ ਲਿਆ, 100 ਘਰ ਜਾਣਾ। ਤੁਹਾਡੇ ਕੋਲ ਵਿਜ਼ਿਟਿੰਗ ਕਾਰਡ ਹੋਣਾ ਚਾਹੀਦਾ ਜਿਹਦੇ ਉੱਤੇ ਤੁਹਾਡਾ WhatsApp ਨੰਬਰ ਹੋਵੇ। ਤੁਹਾਡੇ ਕੋਲ ਇੱਕ ਬੁੱਕ ਹੋਣੀ ਚਾਹੀਦੀ ਹੈ, ਮੈਪ ਹੋਣਾ ਚਾਹੀਦਾ, ਜਿੱਥੇ ਕਿ ਤੁਸੀਂ ਫਲਾਣੇ ਮਹੱਲੇ ਜਾ ਰਹੇ ਹੋ। ਮੰਨ ਲਓ ਤੁਸੀਂ ਰਾਮਨਗਰ ਮਹੱਲੇ 'ਚੋਂ ਫੋਰ ਐਗਜ਼ਾਮਪਲ, ਹੈ ਨਾ, ਰਾਮਨਗਰ ਮਹੱਲੇ ਦੇ ਵਿੱਚ ਇੰਨੇ ਘਰ ਆ, ਕਿਉਂਕਿ ਜਦੋਂ ਤੁਸੀਂ ਘਰਾਂ ਦੇ ਵਿੱਚ ਜਾਣਾ ਉਹਦਾ ਰਜਿਸਟਰ ਦੇ ਉੱਤੇ ਨਾਮ ਵੀ ਲਿਖਣਾ ਫੈਮਿਲੀ ਦਾ। ਉਹਨਾਂ ਨੂੰ WhatsApp ਨੰਬਰ ਜਿਹੜਾ ਹੈਗਾ, ਉਹਨਾਂ ਨੂੰ ਕੋਡ ਤੁਸੀਂ ਦੇ ਦੇਣਾ ਕਿ ਆਹ ਕੋਡ ਆ ਤੁਹਾਡਾ। ਇੱਕ ਮਾਰਕਰ ਰੱਖੋ, ਸਟਿੱਕਰ ਲਾਓ ਮਸਾਲੇ ਦੇ ਉੱਤੇ, ਉਹਦੇ ਉੱਤੇ 1 2 3 4 5 6 ਜਿੰਨੇ ਵੀ ਘਰ ਤੁਸੀਂ ਡੀਲ ਕਰੋਗੇ ਉਸ ਲਾਈਨ ਦੇ ਵਿੱਚ ਕਿ ਅਸੀਂ 1 ਨੰਬਰ 'ਤੇ ਆ ਵਾ। ਪਰ ਤੁਹਾਡੇ ਕੋਲ ਰਿਕਾਰਡ ਹੋਣਾ ਚਾਹੀਦਾ ਕਿ 1 ਨੰਬਰ ਘਰ ਦਾ ਬੰਦਾ ਇਹ ਆ। ਇਹ ਕਾਹਤੋਂ ਆ, ਇਹ ਵੀ ਮੈਂ ਤੁਹਾਨੂੰ ਦੱਸਦਾ। ਤੁਸੀਂ ਛੋਟੀ ਪੂੜੀ ਬਣਾਉਣੀ ਆ, ਉਹਨਾਂ ਕੋਲ ਜਾਣਾ, ਡੋਰ ਟੂ ਡੋਰ ਆਪਦੇ ਘਰੇ ਮਸਾਲੇ ਬਣਾਓ, ਬਿਲਕੁਲ ਸ਼ੁੱਧ ਗਰਮ ਮਸਾਲਾ। ਇੱਕ ਹੀ ਮਸਾਲਾ ਦੱਸ ਰਿਹਾ ਮੈਂ ਤੁਹਾਨੂੰ, ਆਪਸ਼ਨਾਂ ਹੋਰ ਵੀ ਹੈਗੀਆਂ, ਪਰ ਤੁਸੀਂ ਮੇਨ ਪਹਿਲਾਂ ਇੱਕ ਕੰਮ ਜਿਹੜਾ ਮੈਂ ਤੁਹਾਨੂੰ ਦੱਸ, ਜਿਹੜੇ ਹਰੇਕ ਘਰ ਦੇ ਵਿੱਚ ਵਰਤੋਂ ਹੁੰਦੀ ਆ, ਇਹ ਤੋਂ ਬਿਨਾਂ ਲੋਕ ਰਹਿੰਦੇ ਨਹੀਂ, ਰੋਟੀ ਤੋਂ ਬਿਨਾਂ ਕੋਈ ਨਹੀਂ ਰਹਿੰਦਾ, ਇਹ ਗੱਲ ਨੂੰ ਸਮਝ ਲਓ। MDH ਦੇ ਮਸਾਲੇ, ਫਲਾਣੇ ਦੇ ਮਸਾਲੇ ਬਹੁਤ ਮਹਿੰਗੇ ਆ, ਮਹਿੰਗਾ ਤੁਹਾਡਾ ਵੀ ਹੋਣਾ ਨੋ ਡਾਊਟ, ਪਰ ਤੁਹਾਡੀ ਜਿਹੜੀ ਕੁਆਲਿਟੀ ਆ ਉਹਦੇ ਨਾਲੋਂ ਮੱਚ ਬੈਟਰ ਆ, ਕਿਉਂਕਿ ਉਹਨਾਂ ਦੇ ਵੱਡੇ ਪਲਾਂਟ ਲੱਗੇ ਆ, ਪਲਾਂਟਾਂ ਦੇ ਹਿਸਾਬ ਨਾਲ ਉਹ ਕੰਮ ਕਰਦੇ ਆ। ਉਹਨਾਂ ਦੀ ਮੈਨੂਫੈਕਚਰਿੰਗ ਹੋਰ ਹਿਸਾਬ ਦੀ ਆ। ਤੁਹਾਨੂੰ ਜਿਹੜੀ ਮੈਂ ਮੈਨੂਫੈਕਚਰਿੰਗ ਸਿਖਾ ਰਿਹਾ, ਇਹ ਇਹੋ ਜਿਹੀ ਮੈਨੂਫੈਕਚਰਿੰਗ ਆ ਕਿ ਮਤਲਬ ਤੁਸੀਂ ਬਹੁਤ ਵੱਡੀ ਛਾਲ ਨਹੀਂ ਮਾਰਨੀ। ਜੇ ਮਾਰਨੀ ਆ ਤਾਂ ਉਸੇ ਤਰੀਕੇ ਨਾਲ ਮਾਰਨੀ ਜਿਹੜਾ ਤੁਸੀਂ ਸਟਾਰਟਿੰਗ ਕਰਨੀ ਆ। ਤੁਹਾਡਾ ਸ਼ਹਿਰ ਦੇ ਵਿੱਚ ਮੰਨ ਲਓ 2000 ਘਰ ਆ, ਕਿਸੇ ਕੋਈ ਵੱਡੇ ਸ਼ਹਿਰਾਂ ਦੇ ਵਿੱਚ ਰਹਿੰਦਾ, ਉੱਥੇ ਵੱਧ ਘਰ ਆਬਾਦੀ ਆ, ਤੁਸੀਂ ਉਹਨਾਂ ਏਰੀਆ ਚੂਜ਼ ਕਰਨਾ ਜਿਹੜਾ ਤੁਸੀਂ ਹੈਂਡਲ ਕਰ ਸਕੋ। ਜਿਵੇਂ ਹੁਣ ਮੈਂ ਤੁਹਾਨੂੰ ਦੱਸਦਾ 100 ਘਰ ਆ, 100 ਘਰ ਦੇ ਵਿੱਚ ਤੁਸੀਂ ਇੱਕ ਪੂੜੀ ਦੇਣੀ ਆ, 5 ਰੁਪਏ ਲੈਣੇ ਉਹਨਾਂ ਤੋਂ। ਉਹਦੀ ਤੁਸੀਂ ਬਿਲਕੁਲ ਪੜਤਾਲ ਕਰ ਲੈਣੀ ਕਿ ਮੈਨੂੰ ਕਿੰਨੇ ਦਾ ਕਿਲੋ ਪੈਣਾ, ਅਤੇ ਇਹਦੇ ਵਿੱਚ 1 ਗ੍ਰਾਮ ਆਊਗਾ, 2 ਗ੍ਰਾਮ ਆਊਗਾ, 10 ਗ੍ਰਾਮ ਮਸਾਲਾ ਮੈਂ 5 ਰੁਪਏ ਦੀ ਪੂੜੀ 'ਚ ਬਣਾ ਕੇ ਦਊਂਗਾ, ਤਾਂ ਮੇਰਾ ਜਿਹੜੀ ਲਾਗਤ ਆ ਉਹ ਨਿਕਲ ਆਊਗੀ ਔਰ ਮੈਨੂੰ ਰੁਪਈਆ ਬਚ ਵੀ ਜਾਊਗਾ ਇੱਕ ਪੂੜੀ ਪਿੱਛੇ। ਬਸ ਇੰਨਾ ਤੁਸੀਂ ਲਾ ਕੇ ਰੱਖਣਾ। ਇਹ ਨਹੀਂ ਸੋਚਣਾ ਕਿ ਮੈਂ ਧਨੀਆ ਵਿੱਚ ਵੱਧ ਪਾ ਦਿਆਂ ਅਤੇ ਮੈਂ 2 ਰੁਪਏ ਬਚਾ ਲੂੰਗਾ, ਇਹ ਕੰਮ ਨਹੀਂ ਕਰਨਾ। ਪਿਓਰ ਮਸਾਲਾ ਬਣਾ ਕੇ ਦੇਣਾ ਕਿ ਅਗਲੇ ਨੂੰ ਕਹਿਣਾ ਕਿ ਤੁਸੀਂ ਚੁੰਡੀ ਪਾਉਣੀ ਆ ਜੀ, ਆਹ ਮੇਰਾ WhatsApp ਨੰਬਰ ਆ ਜਿਹੜਾ ਤੁਸੀਂ ਕਾਰਡ ਦਿਓਗੇ, ਉਹਦੇ ਉੱਤੇ ਤੁਸੀਂ ਐਡਰੈਸ ਦਾ ਵੀ ਦੇ ਸਕਦੇ ਹੋ ਆਪਸ਼ਨ ਕਿ ਅਗਲਾ ਆਪਦਾ ਐਡਰੈਸ ਭਰ ਲਵੇ, ਤੁਹਾਨੂੰ ਫੋਟੋ ਖਿੱਚ ਕੇ ਭੇਜ ਦੇਵੇ, ਨਾਲ ਆਰਡਰ ਕਰ ਦੇਵੇ ਫਿਊਚਰ ਦੇ ਵਿੱਚ। ਉਹਨਾਂ ਨੂੰ ਤੁਸੀਂ ਇੱਕ ਮੰਨ ਲਓ ਮੈਂ ਤੁਹਾਡੇ ਘਰੇ ਆ ਗਿਆ, ਤੁਹਾਨੂੰ ਮੈਂ ਆ ਕੇ ਪੂੜੀ ਫੜਾਈ, ਉਹ ਨੌਕ ਕੀਤਾ ਤੁਹਾਡਾ ਡੋਰ ਕਿ ਆ ਮੈਂ ਕੰਮ ਸ਼ੁਰੂ ਕੀਤਾ ਜੀ, ਆਪਣੀ ਆਹ ਕੰਪਨੀ ਆ ਮਸਾਲਾ ਕੰਪਨੀ, ਆਹ ਸਾਡਾ ਸੈਂਪਲ ਆ, ਡੋਰ ਟੂ ਡੋਰ ਅਸੀਂ ਆ ਰਹੇ ਹਾਂ, ਸਾਡਾ ਕੋਈ ਐਡਵਰਟਾਈਜ਼ਮੈਂਟ ਨਹੀਂ ਹੈਗੀ, ਸਿੱਧੀ ਸਪਲਾਈ ਆ ਜਿਹੜੀ ਅਸੀਂ ਤੁਹਾਨੂੰ ਦੇ ਰਹੇ ਹਾਂ। ਫਿਰ ਨੈਚੁਰਲੀ ਰੇਟ ਵੀ ਰੀਜ਼ਨੇਬਲ ਹੁੰਦਾ ਨਾ, ਇਹ ਵੀ ਨਹੀਂ ਮੈਂ ਕਹਿੰਦਾ ਕਿ ਬਹੁਤ ਹਾਈ ਫਾਈ ਤੁਸੀਂ ਵਿੱਚ ਰੱਖਿਓ, ਬਿਲਕੁਲ ਤਰੀਕੇ ਨਾਲ ਚੱਲਿਓ, ਤੁਹਾਨੂੰ ਇਹਦਾ ਰਿਜ਼ਲਟ ਬਹੁਤ ਵਧੀਆ ਮਿਲਣਾ। ਇਨਵੈਸਟਮੈਂਟ ਤੁਹਾਡੀ ਬਹੁਤ ਘੱਟ ਹੋਣੀ ਹੈ। ਤੁਸੀਂ ਉਹਨਾਂ ਨੂੰ ਜਦੋਂ ਉਹ ਪੁੜੀ ਦੇਣੀ ਆ, ਉਹਨਾਂ ਨੂੰ ਕਲੀਅਰ ਕਰਨਾ ਕਿ ਅਸੀਂ ਵਿਦਆਊਟ ਐਡਵਰਟਾਈਜ਼ਮੈਂਟ ਤੋਂ ਡੋਰ ਟੂ ਡੋਰ ਆ ਰਹੇ ਹਾਂ, ਇਹ ਨਵੀਂ ਕੰਪਨੀ ਆ, ਲਾਂਚ ਕੀਤੀ ਆ, ਆਹ ਮਸਾਲਾ ਸਾਡਾ 5 ਰੁਪਏ ਦੀ ਪੈਕਿੰਗ ਹੈ, ਇਹ ਇੱਕ ਤੁਹਾਨੂੰ ਦੇ ਰਹੇ ਹਾਂ, ਇਹ ਦੇ ਕੇ ਜਾਣੀ ਹੈ ਤੁਹਾਡੇ ਘਰੇ, ਸਿੱਧਾ ਕਹਿਣਾ ਦੇ ਕੇ ਜਾਣੀ ਹੈ, ਇਹਨੂੰ ਤੁਸੀਂ ਵਰਤਣਾ। ਚੁੰਡੀ 1 ਪਾਉਣੀ ਆ, ਹੈ ਨਾ, 2 ਚੁੰਡੀਆਂ ਪਾਉਣੀਆਂ ਬਸ, ਇਸ ਤੋਂ ਵੱਧ ਪਾਉਣ ਦੀ ਲੋੜ ਨਹੀਂ ਸਬਜ਼ੀ ਦੇ ਹਿਸਾਬ ਨਾਲ। ਇਹਨੂੰ ਵਰਤ ਲਓ, ਇਹਨੂੰ ਦੇਖ ਲਓ, ਅਗਲਾ ਆਰਡਰ ਜਿਹੜਾ ਹੈਗਾ WhatsApp 'ਤੇ ਸਾਨੂੰ ਕਰ ਦਿਓ। ਹੁਣ ਤਾਂ ਔਨਲਾਈਨ ਦੇਖੋ ਕਿੰਨੀ ਸਹੂਲਤ ਹੋ ਗਈ ਆ ਤੁਹਾਨੂੰ, ਤੁਸੀਂ WhatsApp ਬਿਜ਼ਨਸ ਚਲਾਓ, ਉਹਦੇ ਵਿੱਚ ਤੁਹਾਨੂੰ ਵਾਧੂ ਸਹੂਲਤ ਆ, ਤੁਸੀਂ ਜਿੰਨਾ ਮਰਜ਼ੀ ਕੰਮ ਕਰ ਲਓ, ਕਰਨ ਵਾਲਾ ਚਾਹੀਦਾ ਬੰਦਾ। ਫਿਰ ਉਹ ਕੁਆਲਿਟੀ ਜਿਹੜੀ ਹੈਗੀ, ਜਿਹੜੀ ਤੁਹਾਨੂੰ ਰੈਸਪੀ ਮਿਲਣੀ ਆ ਉਸਤਾਦ ਤੋਂ, ਉਹ ਤੁਸੀਂ ਉੱਦਾਂ ਹੀ ਬਣਾ ਕੇ ਰੱਖਣੀ ਆ, ਮੇਨਟੇਨ ਕਰਕੇ ਰੱਖਣੀ ਆ। ਫਿਰ ਉਹਦੀ ਪੈਕਿੰਗ ਆ 100 ਗ੍ਰਾਮ ਦੀ ਪੈਕਿੰਗ, 50 ਗ੍ਰਾਮ ਦੀ, 100 ਗ੍ਰਾਮ ਦੀ ਪੈਕਿੰਗ ਰੱਖੋ। ਫਿਰ ਗਾਹਾਂ ਜਿਹੜੀ ਅਗਲੇ ਨੂੰ ਦੇਣਾ ਹੈ ਨਾ, ਉਹਦੀ ਰੇਟ ਲਿਸਟ ਹੋਵੇ
ਉਹ ਵੀ ਤੁਸੀਂ ਕਾਰਡ ਦੇ ਉੱਤੇ ਪ੍ਰਿੰਟ ਹੋਇਆ ਹੋਣਾ ਚਾਹੀਦਾ ਕਿ ਸਾਡਾ 50 ਗ੍ਰਾਮ ਮਸਾਲਾ ਇੰਨੇ ਦਾ ਜੀ, 100 ਗ੍ਰਾਮ ਦੀ ਪੈਕਿੰਗ ਇੰਨੇ ਦੀ ਆ, 250 ਗ੍ਰਾਮ ਦੀ ਪੈਕਿੰਗ ਇੰਨੇ ਦੀ ਆ, ਅੱਧਾ ਕਿਲੋ ਇੰਨੇ ਦਾ, ਕਿਲੋ ਇੰਨੇ ਦਾ। ਇਹ ਜਿਹੜੀ ਕੈਟਾਗਰੀ ਹੈਗੀਆਂ ਇਹ ਤੁਹਾਡਾ ਪ੍ਰਾਈਸ ਪਿੱਛੇ ਮੈਂਸ਼ਨ ਹੋਇਆ ਹੋਣਾ ਚਾਹੀਦਾ, ਇਹ ਗੱਲ ਦਾ ਖਿਆਲ ਰੱਖਿਓ। ਬਾਕੀ WhatsApp ਨੰਬਰ ਆ, ਐਡਰੈਸ ਆ, ਜਿੱਥੇ ਮਸਾਲਾ ਪੀਸਣਾ ਇਹ ਮੇਰੀ ਗੱਲ ਤੁਸੀਂ ਨੋਟ ਕਰ ਲਓ ਕਿ ਜਗ੍ਹਾ ਪੂਰੀ ਸਾਫ਼ ਸੁਥਰੀ ਹੋਣੀ ਚਾਹੀਦੀ, ਹਾਈਜੈਨਿਕ, ਅਤੇ ਪ੍ਰੋਪਰ ਉਹਦਾ ਜਿਹੜਾ ਹੈਗਾ ਕਿ ਤੁਸੀਂ ਫੋਟੋ ਖਿੱਚ ਕੇ, ਮੈਨੂੰ ਨਹੀਂ ਪਤਾ ਕਿ ਹਰੇਕ ਦਾ ਕਿਸੇ ਦੇ ਕੋਲ ਘਰ ਦੇ ਵਿੱਚ ਜਗ੍ਹਾ ਹੁੰਦੀ ਆ, ਉੱਪਰ 2 ਕਮਰੇ ਖਾਲੀ ਪਏ ਆ, ਹੈ ਨਾ, ਉਹ ਪੂਰੀ ਜਿਹੜੀ ਯੂਨਿਟ ਲਾਉਣੀ ਹੈ ਤੁਸੀਂ ਇੱਕ ਪਾਸੇ ਚੱਕੀ ਲਾਉਣੀ ਹੈ, ਬਿਲਕੁਲ ਸਾਫ਼ ਸੁਥਰਾ, ਥੱਲੇ ਉਹਦੇ ਫਲੋਰ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ। ਜਿੱਥੇ ਮਸਾਲਾ ਬਣ ਕੇ ਆਉਣਾ ਉਹ ਬਿਲਕੁਲ ਕਲੀਅਰ ਹੋਣਾ ਚਾਹੀਦਾ। ਜਿੱਥੇ ਮਸਾਲੇ ਸੁਕਾਉਣੇ ਆ ਤੁਸੀਂ, ਜਦੋਂ ਪੀਸਣਾ ਮਸਾਲਾ ਉਦੋਂ ਪਹਿਲਾਂ ਮਸਾਲਿਆਂ ਨੂੰ ਧੁੱਪ ਲਵਾਉਣੀ ਹੁੰਦੀ ਹੈ ਨਾ, ਧਨੀਆ, ਜੀਰਾ, ਇਲਾਇਚੀ, ਵੱਡੀ ਇਲਾਇਚੀ, ਜਵੱਤਰੀ, ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਇਹਨਾਂ ਨੂੰ ਧੁੱਪ ਲਵਾਉਣੀ ਹੁੰਦੀ ਆ ਤਾਂ ਕਿ ਉਹਦਾ ਜਿਹੜਾ ਪਾਣੀ ਆ ਉਹ ਨਿਕਲ ਜਾਵੇ। ਉਦੋਂ ਬਾਅਦ ਫਿਰ ਨਮੀ ਉਹਦੇ ਵਿੱਚ ਬਣੀ ਵੀ ਰਹੇ ਮਸਾਲੇ ਦੇ ਵਿੱਚ, ਉਹਦੇ ਵਿੱਚ ਥੋੜ੍ਹਾ ਬਹੁਤ ਨੂਣ ਵੀ ਪਾਉਣਾ, ਉਹ ਤੁਹਾਨੂੰ ਚਲੋ ਰੈਸਪੀ ਜਿਹੜੀ ਮਿਲੂਗੀ ਤੁਹਾਨੂੰ ਦੱਸਣਗੇ ਉਹ, ਉਹਦੇ ਹਿਸਾਬ ਨਾਲ ਤੁਸੀਂ ਕੰਮ ਕਰੋ। ਜਿਹੜਾ ਕਰਨਾ ਚਾਹੁੰਦਾ ਹੈ ਨਾ, ਜਿਹੜਾ ਕੁਛ ਕਰਨਾ ਚਾਹੁੰਦਾ ਜੀਵਨ ਦੇ ਵਿੱਚ, ਮੇਰਾ ਨਹੀਂ ਆਈਡੀਆ ਆਇਆ ਕਿ ਇਹਦੇ ਵਿੱਚ ਬਹੁਤ ਵੱਡੀ ਇਨਵੈਸਟਮੈਂਟ ਹੋਊਗੀ, 30-40 ਹਜ਼ਾਰ ਤੁਹਾਡਾ ਲੱਗਣਾ। ਚੱਕੀ ਦਾ ਮੈਨੂੰ ਪਤਾ ਨਹੀਂ, ਅੱਗੇ ਤਾਂ 5-6 ਹਜ਼ਾਰ ਦੀ ਆਉਂਦੀ ਜਦੋਂ ਮੈਂ ਇੰਡੀਆ 'ਚ ਸੀਗਾ, ਹੁਣ ਮੈਨੂੰ ਨਹੀਂ ਪਤਾ ਛੋਟੀ ਚੱਕੀ ਕਿੰਨੇ ਦੀ ਆ। ਤੁਸੀਂ ਆਪਦੇ ਸ਼ਹਿਰ ਖਾਤਰ ਮਸਾਲੇ ਬਣਾਉਣੇ ਆ, ਫ੍ਰੀ ਮਾਈਂਡ ਹੋ ਕੇ ਬਣਾਉਣੇ ਆ, ਕੋਈ ਤੁਹਾਨੂੰ ਟਾਈਮ ਦੀ ਸਟ੍ਰੈਸ ਨਹੀਂ। ਤੁਸੀਂ ਇੱਕ ਸਪਲਾਈ ਦੇਣੀ ਆ, ਸਪਲਾਈ ਜੋ ਤੁਹਾਡੀ ਹੋ ਗਈ, ਤੁਹਾਡੇ ਕੋਲ ਆਰਡਰ ਆਉਣ ਲੱਗ ਗਏ, ਪਿੱਛੇ ਤੁਹਾਡੇ ਫੈਮਿਲੀ ਮੈਂਬਰ ਵੀ ਹੈਗੇ ਆ, ਉਹ ਵੀ ਤੁਹਾਨੂੰ ਹੈਲਪ ਕਰਨਗੇ ਇਹਦੇ ਵਿੱਚ। ਜਦੋਂ ਤੁਸੀਂ ਇਸ ਲੈਵਲ 'ਤੇ ਤਾਂ ਫਿਰ ਨੈਚੁਰਲੀ ਗੱਲ ਆ, ਉਹ ਵੀ ਤੁਹਾਨੂੰ ਹੈਲਪ ਕਰਨਗੇ, ਹੈ ਨਾ। ਜਿਹੜਾ ਸ਼ਾਹੂਕਾਰ ਬੰਦਾ ਉਹਨੂੰ ਤਾਂ ਇਹੋ ਜਿਹੀਆਂ ਗੱਲਾਂ ਦਾ ਕੋਈ ਫਾਇਦਾ ਹੀ ਨਹੀਂ ਹੈ, ਨਾ ਉਹਨਾਂ ਨੇ ਕਰਨਾ। ਜਿਹੜੇ ਬੰਦੇ ਲੋੜਵੰਦ ਆ ਉਹਨਾਂ ਨੇ ਕੰਮ ਕਰਨਾ, ਤਾਂ ਉਹਨਾਂ ਦਾ ਪਰਿਵਾਰ ਉਹਨਾਂ ਦੇ ਨਾਲ ਹੁੰਦਾ ਹਮੇਸ਼ਾ, ਇਹ ਗੱਲ ਆਪਾਂ ਸਭ ਨੂੰ ਪਤਾ। ਤੁਸੀਂ ਮਾਰਕੀਟ ਕਰਨੀ ਆ, ਪਿੱਛੇ ਉਹਦੀ ਰੈਸਪੀ ਜਿਹੜੀ ਆ ਉਹ ਤਿਆਰ ਕਰਕੇ ਤੁਸੀਂ, ਜਾਂ ਤੁਸੀਂ ਤਿਆਰ ਕਰ ਲਓ 10 ਕਿਲੋ ਮਸਾਲਾ ਤਿਆਰ ਕਰ ਲਓ, 100 ਘਰ ਨੂੰ ਤੁਸੀਂ ਵੰਡਿਆ ਦਾ, 100-100 ਗ੍ਰਾਮ, 50-50 ਗ੍ਰਾਮ ਦੀ ਪੈਕਿੰਗ ਆ ਤੁਹਾਡੇ ਕੋਲ। ਜਦੋਂ ਆਰਡਰ ਆ ਕੇ ਬਣ ਗਿਆ, ਕੋਈ ਜ਼ਰੂਰੀ ਨਹੀਂ ਹੈ ਨਾ ਕਿ ਤੁਸੀਂ ਮੌਕੇ 'ਤੇ ਦੇ ਕੇ ਆਉਣੀ ਆ ਜਾਂ ਅਵੇਲੇਬਲ ਆ, ਉਹ ਬਾਅਦ ਦੀ ਗੱਲ ਆ। ਸਟਾਰਟਿੰਗ ਦੇ ਵਿੱਚ ਹਾਊ ਟੂ ਮੈਨੇਜ, ਤੁਸੀਂ ਉਹਨੂੰ ਬਣਾ ਲਿਆ, ਸੈਂਪਲ ਦੇ ਆਉਂਦੇ, ਆਰਡਰ ਆਉਣ ਲੱਗ ਗਏ, ਜਿਵੇਂ ਜਿਵੇਂ ਆਰਡਰ ਵਧੀਆ ਉਸ ਹਿਸਾਬ ਨਾਲ ਤੁਸੀਂ ਤਿਆਰ ਕਰਕੇ ਪਹਿਲਾਂ ਰੱਖ ਸਕਦੇ ਹੋ। ਇਹ ਇੱਕ ਕੰਮ ਆ, ਕਾਰੋਬਾਰ ਆ, ਇਹ ਛੋਟਾ ਜਿਹਾ ਕਾਰੋਬਾਰ ਆ, ਪਰ ਇਹਦੀ ਪੋਟੈਂਸ਼ੀਅਲ ਬਹੁਤ ਵੱਡੀ ਆ। ਕਿਉਂ ਵੱਡੀ ਆ? ਕਿਉਂਕਿ ਹਰੇਕ ਘਰ ਦੇ ਵਿੱਚ ਰੋਟੀ ਪੱਕਣੀ ਆ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਇਕੱਲੇ ਵੱਡੇ ਘਰਾਂ ਦੇ ਵਿੱਚ ਹੀ ਜਾਇਓ, ਤੁਸੀਂ ਉਹ ਜਿਹੜੇ ਗਰੀਬ ਝੁੱਗੀਆਂ ਵਾਲੇ ਰਹਿੰਦੇ ਆ, ਜਿਹੜੇ ਛੋਟੇ ਘਰਾਂ 'ਚ ਰਹਿੰਦੇ, ਇੱਕ ਕਮਰੇ ਦੇ ਘਰ ਆ ਜਿਨ੍ਹਾਂ ਦੇ ਕੋਲ ਸ਼ਡਿਊਲ ਕਾਸਟ ਜਿਹਨੂੰ ਆਪਾਂ ਕਹਿ ਦਿੰਦੇ ਆ, ਹੈ ਨਾ, ਉਹਨਾਂ ਨੂੰ ਵੀ ਦੇ ਕੇ ਆਇਓ ਤਾਂ ਕਿ ਉਹਨਾਂ ਦੇ ਘਰੇ ਵੀ ਸਵਾਦ ਜਾਵੇ ਤੁਹਾਡਾ। ਇਹ ਲੋਕਾਂ ਦੀਆਂ ਦੁਆਵਾਂ ਹੁੰਦੀਆਂ, ਪਿਆਰ ਹੁੰਦਾ। ਇਹ ਗਰੀਬ ਬੰਦਾ ਜਿਹੜਾ ਹੁੰਦਾ ਇਹ ਸਾਥ ਵੱਧ ਦਿੰਦਾ ਸ਼ਾਹੂਕਾਰ ਨਾਲੋਂ। ਇਹ ਇੱਕ ਸਾਬਕਾ ਜ਼ਿੰਦਗੀ ਦਾ ਮੇਰਾ ਵੀ ਹੈਗਾ ਸਿੱਖਿਆ ਹੋਇਆ ਇਹ, ਅਤੇ ਤੁਹਾਡਾ ਵੀ ਹੈ ਹੋਇਆ ਹੋਣਾ ਕਿਤੇ ਨਾ ਕਿਤੇ। ਅਤੇ ਮੈਂ ਹਮੇਸ਼ਾ ਹੀ ਦਿਲ ਤੋਂ ਸ਼ਾਹੂਕਾਰ ਰਿਹਾ, ਇਸ ਕਰਕੇ ਮੇਰੀ ਸਿਹਤ 'ਤੇ ਕੋਈ ਫਰਕ ਨਹੀਂ ਹੈ ਕਿ ਮੈਂ ਕੈਨੇਡਾ 'ਚ ਬੈਠਾ, ਮੈਂ ਜਰਮਨ 'ਚ ਰਹਿਣਾ, ਮੈਂ ਇੰਡੀਆ 'ਚ ਆਉਣਾ, ਜਿੱਥੇ ਵੀ ਹਾਂ ਆਪਾਂ ਕੱਲ੍ਹ ਵੀ ਰਾਜੇ ਸੀ, ਆਪਾਂ ਅੱਜ ਵੀ ਰਾਜੇ ਹਾਂ, ਆਪਾਂ ਰਾਜੇ ਹੀ ਰਹਿਣਾ। ਰਾਜੇ ਦਾ ਮਤਲਬ ਜਿਹੜਾ ਹੁੰਦਾ ਨਾ ਕਿ ਉਹਦੀ ਪ੍ਰਜਾ ਸੁਖੀ ਵਸੇ, ਉਹਦਾ ਜਿਹੜਾ ਆਸਾ ਪਾਸਾ ਨਾ ਖੁਸ਼ ਹੋਣਾ ਚਾਹੀਦਾ, ਅਸਲੀ ਰਾਜਾ ਉਹਨੂੰ ਕਿਹਾ ਜਾਂਦਾ ਨਾ। ਇਸ ਕਰਕੇ ਕਹਿਣ ਵਾਲਾ ਕਹਿ ਸਕਦਾ ਕਿ ਆਪਣੇ ਆਪ ਨੂੰ ਰਾਜਾ ਕਹਿੰਦਾ, ਬਿਲਕੁਲ ਮੈਂ ਰਾਜਾ ਆਪਣੇ ਆਪ ਨੂੰ ਮੈਂ ਕਹਿ ਰਿਹਾ, ਕਿਉਂਕਿ ਮੈਂ ਖੁਸ਼ ਹਾਂ। ਅਤੇ ਮੈਂ ਚਾਹੁੰਦਾ ਕਿ ਜਿਹੜੇ ਮੇਰੇ ਨਾਲ ਭੈਣ ਭਾਈ ਜੁੜੇ ਆ ਉਹ ਵੀ ਖੁਸ਼ ਰਹਿਣ, ਉਹ ਵੀ ਰਾਜੇ ਬਣ। ਇੰਨੀ ਗੱਲਬਾਤ ਆ। ਇੰਨੀ ਗੱਲਬਾਤ ਦੇ ਨਾਲ ਅੱਜ ਦੀ ਵੀਡੀਓ ਇੱਥੇ ਐਂਡ ਕਰਨਾ, ਲੰਬੀ ਹੋ ਗਈ ਆ। ਚਲੋ ਕੋਈ ਗੱਲ ਨਹੀਂ, ਜਿਹਦੇ ਰਾਜਾ ਬਣਨਾ ਉਹਨੇ ਸੋਣੀ ਲੈਣੀ ਆ। ਸਭ 'ਚ ਬੈਠੇ ਪਰਮਾਤਮਾ ਨੂੰ ਮੇਰਾ ਨਮਸਕਾਰ, ਰੱਬ ਰਾਖਾ ਜੀ।